ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਇ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਫਿਰਤ ਫਿਰਤ ਪ੍ਰਭ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵੈਸ਼ਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ ਚੌਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ, ਜੋ ਹਜ਼ੂਰ ਦੀ ਬਖਸ਼ਿਸ਼ ਦੁਆਰਾ ਅਤੇ ਆਪ ਗੁਰੂ ਕੀ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੀ ਸ਼੍ਰੀ ਮੁਖਵਾਕ ਪਰਮ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ ਹੈ। ਸਤਿਗੁਰਾਂ ਦੀ ਮਿਹਰਾਮਤ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 299 ਤੱਕ ਪਹੁੰਚੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼੍ਰੀ ਮੁਖਵਾਕ ਕਲਿਆਣਕਾਰੀ ਅੰਮ੍ਰਿਤਮਈ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀਆਂ 19 ਅਸ਼ਟਪਦੀਆਂ ਦੀ ਵਿਚਾਰ ਹੁਣ ਤੱਕ ਹੋ ਚੁੱਕੀ ਹੈ। ਇਸ ਤੋਂ ਅੱਗੇ ਜੋ ਸਤਿਗੁਰੂ ਉਪਦੇਸ਼ ਦੇ ਰਹੇ ਹਨ, ਗੁਰੂ ਕਿਰਪਾ ਸਦਕਾ ਵਿਚਾਰੀਏ ਅਤੇ ਸੁਣੀਏ। ਹਜ਼ੂਰ ਫਰਮਾਉਂਦੇ ਨੇ ਸ਼ਲੋਕ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਇ। ਹਜ਼ੂਰ ਕਹਿੰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਇੰਜ ਬੇਨਤੀ ਕਰੋ ਕਿ ਹੇ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਫਿਰਦੇ ਫਿਰਦੇ ਅਨੇਕਾਂ ਜੂਨਾਂ ਜਨਮਾਂ ਦੇ ਅੰਦਰ ਅਨੇਕ ਜਨਮ ਪਾਪ ਕਰ ਭਰਮੇ, ਹੁਣ ਤਉ ਸਰਨਾਗਤ ਆਏ। ਦਇਆ ਕਰੋ ਰੱਖ ਲੇਵੋ ਹਰ ਜੀਉ, ਹਮ ਦੀਨ ਤੇਰੀ ਸਰਨਾਏ। ਫਿਰਦਿਆਂ ਫਿਰਦਿਆਂ ਆਸੇ ਪਾਸੇ ਕਦੇ ਕਿਸੇ ਦਰ 'ਤੇ ਕਦੇ ਕਿਸੇ ਦਰ 'ਤੇ, ਕਦੇ ਕਿਸੇ ਜਨਮ ਵਿੱਚ ਕਦੇ ਕਿਸੇ ਜਨਮ ਵਿੱਚ, ਕਈ ਜੂਨਾਂ 'ਚ ਫਿਰਦਿਆਂ ਫਿਰਦਿਆਂ ਭਾਉਂਦਿਆਂ ਹੋਇਆਂ ਹੇ ਪ੍ਰਭੂ ਜੀ ਮੈਂ ਆਇਆ ਹਾਂ ਔਰ ਪਰਿਆ ਤਉ ਸਰਨਾਏ। ਹੁਣ ਆ ਕੇ ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ। ਸੱਚੇ ਪਾਤਸ਼ਾਹ ਸਭ ਤਰੀਕੇ ਢੰਗ ਵਿਧੀਆਂ ਵਰਤ ਕੇ ਸਾਰੇ ਸਾਧਨ ਕਰਕੇ ਮੈਂ ਹਾਰ ਗਿਆ ਹਾਂ। ਸੱਚੇ ਪਾਤਸ਼ਾਹ ਹੁਣ ਆਪ ਜੀ ਦੀ ਸ਼ਰਨ 'ਚ ਆ ਕੇ ਪਿਆ ਹਾਂ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਜੇ ਬੇਨਤੀ ਕਰੋ ਕਿ ਹੇ ਵਾਹਿਗੁਰੂ ਜੀ, ਮੇਰੇ ਵੱਲੋਂ ਇਹ ਬੇਨਤੀ ਹੈ, ਇਹ ਫਰਿਆਦ ਹੈ, ਇਹ ਅਰਦਾਸ ਹੈ ਕਿ ਮੈਨੂੰ ਮਹਾਰਾਜ ਆਪ ਕਿਰਪਾ ਕਰਕੇ ਆਪਣੀ ਭਗਤੀ ਵਿੱਚ ਆਪਣੇ ਸਿਮਰਨ ਵਿੱਚ ਜੋੜ ਲਵੋ। ਅਸ਼ਟਪਦੀ। ਜਾਚਕ ਜਨ ਜਾਚੈ ਪ੍ਰਭ ਦਾਨ। ਹੇ ਪ੍ਰਭੂ ਜੀ, ਮੈਂ ਜਾਚਕ ਮੰਗਤਾ ਬਣ ਕੇ ਤੁਹਾਡਾ ਜਨ ਸੇਵਕ ਤੁਹਾਡੇ ਦਰ ਤੋਂ ਮਹਾਰਾਜ ਇੱਕ ਦਾਨ ਮੰਗਦਾ ਹਾਂ। ਇੱਕ ਜਾਂਚਾ ਸ਼ਬਦ ਹੁੰਦਾ, ਜਾਂਚਣਾ ਹੁੰਦਾ ਅੰਦਾਜ਼ਾ ਲਾਉਣਾ, ਮਿਣਨਾ ਤੋਲਣਾ, ਅਤੇ ਜਾਚਾ ਬਿੰਦੀ ਤੋਂ ਬਗੈਰ ਹੈ। ਜਾਚਾ ਦਾ ਅਰਥ ਹੈ ਜਾਚਣਾ ਮੰਗਣਾ। ਮਹਾਰਾਜ ਮੈਂ ਜਾਚਕ ਮੰਗਤਾ ਹੋ ਕੇ ਤੁਹਾਡੇ ਦਰ ਦਾ ਸੇਵਕ, ਤੁਹਾਡਾ ਪੈਦਾ ਕੀਤਾ ਤੁਹਾਡਾ ਜਨ ਦਾਸ ਮਹਾਰਾਜ ਤੁਹਾਡੇ ਪਾਸੋਂ ਇੱਕ ਦਾਨ ਮੰਗਦਾ ਹਾਂ। ਕਰ ਕਿਰਪਾ ਦੇਵੋ ਹਰ ਨਾਮ। ਮਹਾਰਾਜ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਹੇ ਹਰੀ ਜੀ ਆਪਣਾ ਨਾਮ ਮੈਨੂੰ ਬਖਸ਼ਿਸ਼ ਕਰੋ। ਮਹਾਰਾਜ ਸਾਧ ਜਨਾਂ ਕੀ ਮੰਗੋ ਧੂਰ। ਅਸੀਂ ਹੋਰ ਦਾਤਾਂ ਤਾਂ ਬਹੁਤ ਮੰਗਦੇ ਹਾਂ ਭਈ ਧਨ ਦੌਲਤ ਬਖਸ਼ੋ ਜੀ, ਔਲਾਦ ਬਖਸ਼ੋ ਜੀ, ਮਹਿਲ ਮਾੜੀਆਂ ਬਖਸ਼ੋ ਜੀ, ਮੰਗੀ ਜਾ ਰਹੇ ਹਾਂ। ਪਰ ਜਿਵੇਂ ਕਹਿੰਦੇ ਨੇ ਭਈ ਇੱਕ ਹਾਥੀ ਦਾ ਪੈਰ ਲੱਗਾ ਹੋਇਆ ਹੋਵੇ ਅਤੇ ਉਸ ਪੈਰ ਵਾਲੀ ਜਗ੍ਹਾ 'ਤੇ ਸਾਰਿਆਂ ਜਾਨਵਰਾਂ ਦੇ ਪੈਰ ਆ ਜਾਂਦੇ ਨੇ। ਚਿੜੀ ਦਾ ਵੀ, ਕਾਂ ਦਾ ਵੀ, ਬਘਿਆੜ ਦਾ ਵੀ, ਰਿੱਛ ਦਾ ਵੀ, ਹਿਰਨ ਦਾ ਵੀ, ਸ਼ੇਰ ਦਾ ਵੀ, ਸਾਰਾ ਕੁਝ ਉਹਦੇ 'ਚ ਆ ਜਾਂਦਾ। ਇਸੇ ਤਰ੍ਹਾਂ ਜੇ ਵਾਹਿਗੁਰੂ ਦੇ ਪਾਸੋਂ ਵਾਹਿਗੁਰੂ ਜੀ ਦਾ ਪ੍ਰੇਮ ਨਾਮ ਭਗਤੀ ਸਿਮਰਨ ਮੰਗ ਲਈਏ ਅਤੇ ਸਾਰੀਆਂ ਦਾਤਾਂ ਪਿੱਛੇ ਚਲੀਆਂ ਆਉਂਦੀਆਂ ਹਨ। ਅਸਲ ਦਾਤ
ਜਿਹਦੇ ਨਾਲ ਸਾਨੂੰ ਸਭ ਕੁਝ ਹੀ ਪ੍ਰਾਪਤ ਹੁੰਦਾ ਤੇ ਕਲਿਆਣ ਵੀ ਪ੍ਰਾਪਤ ਹੁੰਦੀ ਹੈ। ਉਹ ਦਾਤ ਅਸੀਂ ਮੰਗਦੇ ਹੀ ਨਹੀਂ, ਕਿਉਂਕਿ ਸਾਨੂੰ ਕਦਰ ਨਹੀਂ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਵਾਹਿਗੁਰੂ ਦਾਤਾਰ ਵਿਸਰਿਆ ਹੋਇਆ ਤੇ ਦਾਤਾਂ ਪਿਆਰੀਆਂ ਹਨ। ਜਿੰਨਾ ਕੁ ਅਸੀਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ ਕੁਝ ਮੰਗਣ ਵਾਸਤੇ, ਤੇ ਇਹ ਜਿਹੜਾ ਸਿਮਰਨ ਹੈ ਪ੍ਰਮਾਤਮਾ ਦਾ ਫਿਰ ਨਹੀਂ, ਇਹ ਤਾਂ ਦਾਤਾਂ ਦਾ ਸਿਮਰਨ ਹੈ, ਪਦਾਰਥਾਂ ਦਾ ਸਿਮਰਨ ਹੈ। ਚੇਤੇ ਵਿੱਚ ਤਾਂ ਉਹ ਚੀਜ਼ਾਂ ਹੀ ਵਸੀਆਂ ਹੋਈਆਂ, ਵਾਹਿਗੁਰੂ ਨਾਲ ਸਾਂਝ ਨਹੀਂ ਹੈ। ਹਜ਼ੂਰ ਫਰਮਾਉਂਦੇ ਨੇ ਕਿ ਨਾਮ ਮੰਗੋ, ਕਰ ਕਿਰਪਾ ਦੇਵੋ ਹਰ ਨਾਮ। हे ਮਹਾਰਾਜ, ਕਿਰਪਾ ਦ੍ਰਿਸ਼ਟੀ ਕਰਕੇ हे ਹਰੀ ਜੀ ਆਪਣਾ ਨਾਮ ਬਖਸ਼ੋ। ਸਾਧ ਜਨਾਂ ਕੀ ਮੰਗੋ ਧੂਰ। ਫਿਰ ਅਗਲੀ ਦਾਤ ਮੰਗਦੇ ਆ ਜਿਹੜੇ ਤੁਹਾਡੇ ਸਾਧੂ ਜਨ ਹਨ, ਸੰਤ ਜਨ ਹਨ, ਜਿਨ੍ਹਾਂ ਮਨ ਸਾਧਿਆ ਹੋਇਆ, ਤੁਹਾਡੇ ਸਿਮਰਨ 'ਚ ਦਿਨੇ ਰਾਤ ਲੱਗੇ ਹੋਏ ਨੇ। ਉਹਨਾਂ ਦੇ ਪ੍ਰਤੀ ਮੇਰੇ ਮਨ 'ਚ ਸ਼ਰਧਾ ਪੈਦਾ ਕਰ ਦਿਓ। ਮੈਂ ਉਹਨਾਂ ਦੀ ਚਰਨ ਧੂੜੀ ਮੰਗਦਾ ਹਾਂ, ਕਿਉਂਕਿ ਧੂੜੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ। ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ। ਸਾਧੂਆਂ ਦੀ ਚਰਨ ਧੂੜੀ 'ਚ ਇਸ਼ਨਾਨ ਕਰੀਏ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਪਾਰ ਬ੍ਰਹਮ ਮੇਰੀ ਸਰਧਾ ਪੂਰ। हे ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਸ਼ੁੱਧ ਸਰੂਪ, ਮਾਇਆ ਜਾਲ ਤੋਂ ਪਰੇ ਸੁਤੰਤਰ ਹਸਤੀ ਵਾਹਿਗੁਰੂ ਜੀ, ਮੇਰੀ ਇਹ ਸਰਧਾ, ਮੇਰੀ ਇਹ ਇੱਛਾ ਪੂਰੀ ਕਰ ਦਿਓ। ਸਦਾ ਸਦਾ ਪ੍ਰਭ ਕੇ ਗੁਣ ਗਾਵੋਂ। ਮੈਂ ਚਾਹੁੰਦਾ ਹਾਂ ਕਿ ਸਦਾ ਸਦਾ ਵਾਸਤੇ ਪ੍ਰਭੂ ਅਕਾਲ ਪੁਰਖ ਜੀ ਦੇ ਗੁਣ ਗਾਉਂਦਾ ਰਹਾਂ। ਸਾਸ ਸਾਸ ਪ੍ਰਭ ਤੁਮਹਿ ਧਿਆਵੂੰ। ਹੈ ਪ੍ਰਭੂ ਜੀ, ਹਰ ਇੱਕ ਸਾਹ ਸਾਹ ਨਾਲ ਮੈਂ ਤੁਹਾਨੂੰ ਹੀ ਧਿਆਉਂਦਾ ਰਹਾਂ। ਚਰਨ ਕਮਲ ਸਿਉ ਲਾਗੈ ਪ੍ਰੀਤ। ਤੁਹਾਡੇ ਜੋ ਚਰਨ ਹਨ ਬਹੁਤ ਹੀ ਸੋਹਣੇ ਹਨ, ਕਮਲ ਵਰਗੇ। ਸੋ ਸੱਚੇ ਪਾਤਸ਼ਾਹ, ਤੁਹਾਡੇ ਨਾਮ ਰੂਪੀ ਚਰਨਾਂ ਦੇ ਨਾਲ ਮੇਰੀ ਪ੍ਰੀਤ ਲੱਗੀ ਰਹੇ। ਭਗਤ ਕਰੋ ਪ੍ਰਭ ਕੀ ਨਿਤ ਨੀਤ। ਤੇ ਮੇਰੀ ਇੱਛਾ ਮੈਂ ਪ੍ਰਭੂ ਅਕਾਲ ਪੁਰਖ ਦੀ ਨਿਤ ਹੀ ਨੀਤ, ਨਿਤ ਨਿਤ ਰੋਜ਼ ਰੋਜ਼ ਹੀ ਭਗਤੀ ਕਰਦਾ ਰਹਾਂ। ਏਕ ਓਟ ਇੱਕੋ ਆਧਾਰ। ਮੇਰੇ ਮਨ ਦੇ ਅੰਦਰ ਵੀ ਇੱਕੋ ਹੀ ਓਟ ਹੈ ਤੇ ਸਰੀਰਕ ਤੌਰ 'ਤੇ ਵੀ ਇੱਕ ਹੀ ਆਸਰਾ ਹੈ ਆਪ ਜੀ ਦਾ। ਨਾਨਕ ਮੰਗੈ ਨਾਮ ਪ੍ਰਭ ਸਾਰ। ਇਸ ਕਰਕੇ ਮੈਂ ਤੁਹਾਡਾ ਦਾਸ, ਹੇ ਵਾਹਿਗੁਰੂ ਜੀ, ਤੁਹਾਡੇ ਨਾਮ ਰੂਪੀ ਸਾਰ ਵਸਤੂ ਨੂੰ ਮੰਗਦਾ ਹਾਂ। ਤੁਹਾਡਾ ਨਾਮ ਹੀ ਸਾਰ ਹੈ, ਸ੍ਰੇਸ਼ਟ ਹੈ, ਮਹਾਨ ਹੈ। ਇਹ ਤੁਹਾਡੇ ਨਾਮ ਦੀ ਦਾਤ ਮੈਂ ਤੁਹਾਥੋਂ ਮੰਗਦਾ ਹਾਂ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ। ਪ੍ਰਭੂ ਅਕਾਲ ਪੁਰਖ ਦੀ ਜਿਹੜੀ ਮਿਹਰ ਦੀ ਦ੍ਰਿਸ਼ਟੀ ਨਜ਼ਰ ਹੈ, ਉਸ ਨਜ਼ਰ ਦੁਆਰਾ ਮਹਾਨ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹਰ ਰਸ ਪਾਵੈ ਬਿਰਲਾ ਕੋਈ ਵਿਰਲਾ ਵਿਅਕਤੀ ਹੈ ਜੋ ਹਰੀ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰਦਾ ਹੈ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ। ਜਿਨ੍ਹਾਂ ਨੇ ਨਾਮ ਰਸ ਨੂੰ ਚਖਿਆ ਹੈ, ਇਹੋ ਹਰ ਰਸ ਸੇ ਜਾਣਦੇ ਜੋ ਗੂੰਗਾ ਮਠਿਆਈ ਖਾਈ। ਸੋ ਇਸ ਪ੍ਰਕਾਰ ਕਹੋ ਕਬੀਰ, ਗੂੰਗਾ ਗੁੜ ਖਾਇਆ ਪੂਛੇ ਤੇ ਕਿਆ ਕਹੀ ਹੈ। ਜਿਨ੍ਹਾਂ ਨੇ ਚਖਿਆ ਸੇ ਜਨ, ਉਹ ਜਨ ਭਗਤ ਤ੍ਰਿਪਤਾਨੇ ਰੱਜ ਗਏ ਹਨ। ਪੂਰਨ ਪੁਰਖ ਨਹੀਂ ਡੋਲਾਨੇ। ਉਹ ਪੂਰਨ ਪੁਰਖ ਬਣ ਗਏ, ਗੁਣਾਂ ਕਰਕੇ, ਤਾਕਤਾਂ ਕਰਕੇ ਮੁਕੰਮਲ ਪੁਰਖ ਮਹਾਨ ਬਣ ਗਏ। ਤੇ ਉਹ ਦੁੱਖ ਸੁੱਖ ਦੇ ਵਿੱਚ, ਔਰ ਕਿਸ ਤਰ੍ਹਾਂ ਦੀ ਤੰਗੀ ਤਕਲੀਫ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਕਸ਼ਟ ਹੋਵੇ, ਗਰੀਬੀ ਹੋਵੇ, ਅਮੀਰੀ ਹੋਵੇ, ਕਦੇ ਉਹ ਡੋਲਦੇ ਨਹੀਂ ਹਨ। ਸੁਭਰ ਭਰੇ ਪ੍ਰੇਮ ਰਸ ਰੰਗ। ਵਾਹਿਗੁਰੂ ਦੇ ਪ੍ਰੇਮ ਰਸ ਦੇ ਰੰਗ ਮੌਜ ਵਿੱਚ ਉਹ ਇੰਜ ਭਰੇ ਹੋਏ ਨੇ, ਨਕਾ ਨਕ, ਜਿਵੇਂ ਸਰੋਵਰ ਭਰਿਆ ਹੁੰਦਾ ਜਲ ਦੇ ਨਾਲ। ਉਪਜਿਆ ਚਾਓ ਸਾਧ ਕੈ ਸੰਗ। ਸੁਭਰ ਭਰੇ ਨਾ ਹੋਵੈ ਊਣੇ, ਜੋ ਰਾਤੇ ਰੰਗ ਲਾਈ ਰਹੇ। ਸੋ ਨਕਾ ਨਕ ਭਰੇ ਹੋਏ ਸਰੋਵਰਾਂ ਦੇ ਨੇ। ਉਪਜਿਆ ਚਾਓ ਸਾਧ ਕੈ ਸੰਗ। ਜਿਹੜਾ ਸਾਧੂ ਹੈ ਨਾ, ਜਿਹਨੇ ਮਨ ਸਾਧਿਆ ਹੋਇਆ, ਅਥਵਾ ਸਤਿਗੁਰੂ ਸਾਧੂ ਦੀ ਸੰਗਤ ਵਿੱਚ ਵਾਹਿਗੁਰੂ ਜੀ ਦੇ ਮਿਲਣ ਦਾ ਚਾਓ ਉਪਜਦਾ ਹੈ, ਪੈਦਾ ਹੁੰਦਾ ਹੈ। ਜਿਵੇਂ ਬਚਨ ਉਹਦੇ ਤਿਨਾਂ ਦੇਖ ਮਨ ਚਾਓ ਉਠੰਦਾ। ਹਉ ਕਦ ਪਾਈ ਗੁਣ ਤਾਸਾ। ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਇਸ ਪ੍ਰਕਾਰ ਉਹਨਾਂ ਨੂੰ ਵੇਖ ਕੇ ਚਾਅ ਪੈਦਾ ਹੁੰਦਾ ਕਿ ਉਹ ਵੀ ਸਰੀਰ ਪੰਜਾਂ ਤੱਤਾਂ ਦੇ ਹੀ ਹੈ, ਮਹਾਂਪੁਰਸ਼ਾਂ ਦੇ। ਅਤੇ ਜੇ ਉਹਨਾਂ ਆਤਮ ਆਨੰਦ ਨੂੰ ਪ੍ਰਾਪਤ ਕੀਤਾ ਤੇ ਅਸੀਂ ਵੀ ਕਰੀਏ। ਇੰਝ ਉਤਸ਼ਾਹਤ ਹੋਈਦਾ ਉਹਨਾਂ ਦੀ ਸੰਗਤ ਕਰਕੇ, ਦਰਸ਼ਨ ਕਰਕੇ, ਉਹਨਾਂ ਨੂੰ ਵੇਖ ਕੇ ਚਾਅ ਉਪਜਦਾ ਹੈ। ਪਰੇ ਸਰਨ ਆਨ ਸਭ ਤਿਆਗ। ਜਿਹੜੇ ਹੋਰ ਸਭ ਪਾਸਿਆਂ ਖਿਆਲਾਂ ਨੂੰ, ਆਸਰਿਆਂ ਨੂੰ ਛੱਡ ਕੇ ਵਾਹਿਗੁਰੂ ਦੀ ਸ਼ਰਨ 'ਚ ਪਏ ਹਨ। ਅੰਤਰ ਪ੍ਰਗਾਸ ਆਨੰਦਨ ਲਿਵਲਾਗ। ਉਹਨਾਂ ਦੇ ਅੰਦਰ ਗਿਆਨ ਦਾ ਚਾਨਣ ਹੋ ਗਿਆ, ਗਿਆਨ ਦੀ ਰੌਸ਼ਨੀ ਪ੍ਰਗਟ ਹੋਈ ਹੈ। ਅਤੇ ਰਾਤ ਦਿਨ ਉਹਨਾਂ ਦੀ ਵਾਹਿਗੁਰੂ ਨਾਲ ਸੁਰਤ ਲੱਗੀ ਹੋਈ ਹੈ। ਵਡ ਭਾਗੀ ਜਪਿਆ ਪ੍ਰਭ ਸੋਏ। ਜਿਹੜੇ ਐਸੇ ਵੱਡਿਆਂ ਭਾਗਾਂ ਵਾਲੇ ਵਡਭਾਗੀ ਹਨ, ਉਹਨਾਂ ਨੇ ਉਸ ਪ੍ਰਭੂ ਅਕਾਲ ਪੁਰਖ ਨੂੰ ਜਪਿਆ ਆਪਣੇ ਜੀਵਨ ਦੌਰਾਨ। ਨਾਨਕ ਨਾਮ ਰਤੇ ਸੁਖ ਹੋਏ।
ਹਜ਼ੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਜਿਹੜੇ ਵਾਹਿਗੁਰੂ ਜੀ ਦੇ ਨਾਮ ਦੇ ਰੰਗ ਵਿੱਚ ਰੱਤੇ ਹੋਏ ਨੇ, ਰੰਗੇ ਹੋਏ ਨੇ, ਉਦੋਂ ਫਿਰ ਉਹਨਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੇਵਕ ਕੀ ਮਨਸਾ ਪੂਰੀ ਪਈ, ਮਨਸਾ ਇੱਛਾ, ਸੇਵਕ ਦੀ ਸਾਰੀ ਜਿਹੜੀ ਮਨਸਾ ਇੱਛਾ ਸੀ ਲੰਬੇ ਸਮੇਂ ਤੋਂ ਉਹ ਪੂਰੀ ਹੋ ਗਈ ਹੈ। ਸਤਿਗੁਰ ਤੇ ਨਿਰਮਲ ਮਤ ਲਈ, ਕਿਉਂਕਿ ਸਤਿਗੁਰਾਂ ਦੁਆਰਾ ਉਹਨਾਂ ਨੇ ਉਜਲ ਮਤ ਨੂੰ ਗ੍ਰਹਿਣ ਕੀਤਾ ਹੈ। ਊਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾਤ ਪ੍ਰੀਤਮ ਮੋਹਿ ਲਾਗੈ ਨਾਓ। ਜਿਹੜੀ ਸਾਡੀ ਸੰਸਾਰੀਆਂ ਦੀ ਮੱਤ ਹੈ, ਇਹ ਵਿਸ਼ੇ ਵਿਸ਼ੈਣੀ ਔਰ ਵਿਹਾਰਾਕਾਰ ਵਿਕਾਰਾਕਾਰ ਬਿਰਤੀ ਮੱਤ ਹੈ। ਜਿਹੜੀ ਨਿਰਮਲ ਮੱਤ ਹੈ ਉਸ ਦੇ ਨਾਲ ਵਾਹਿਗੁਰੂ ਜਪਿਆ ਜਾਂਦਾ ਹੈ। ਸਤਿਗੁਰਾਂ ਦੁਆਰਾ ਉਜਲ ਮਤ ਬੁੱਧੀ ਅਕਲ ਉਹਨਾਂ ਪ੍ਰਾਪਤ ਕੀਤੀ, ਉਜਲ ਸਿੱਖਿਆ ਪ੍ਰਾਪਤ ਕੀਤੀ ਹੈ। ਜਨ ਕਉ ਪ੍ਰਭ ਹੋਇਓ ਦਇਆਲ, ਜਿਸ ਜਨ ਭਗਤ ਉੱਪਰ ਪ੍ਰਭੂ ਅਕਾਲ ਪੁਰਖ ਜੀ ਦਇਆਵਾਨ ਹੋਏ ਹਨ। ਸੇਵਕ ਕੀਨੋ ਸਦਾ ਨਿਹਾਲ, ਉਸ ਸੇਵਕ ਨੂੰ ਸਦਾ ਵਾਸਤੇ ਹੀ ਨਿਹਾਲ ਕਰ ਦਿੱਤਾ ਹੈ, ਭਾਵ ਕਿ ਦੁੱਖਾਂ ਤੋਂ ਰਹਿਤ ਕਰਤਾ, ਆਨੰਦ ਦੇ ਸਹਿਤ ਕਰ ਦਿੱਤਾ ਹੈ। ਬੰਧਨ ਕਾਟ ਮੁਕਤ ਜਨ ਭਇਆ, ਆਪਣੇ ਬੰਧਨ ਕੱਟ ਕੇ ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਮਰਨ ਵਿਕਾਰਾਂ ਦੇ ਜਮਾਂ ਦੇ ਸਾਰੇ ਬੰਧਨ ਕੱਟ ਕੇ ਉਹ ਜਿਹੜਾ ਜਨ ਸੇਵਕ ਹੈ ਉਹ ਮੁਕਤ ਸਰੂਪ ਹੋਇਆ ਹੈ। ਬੰਦ ਖਲਾਸੀ ਪ੍ਰਾਪਤ ਕਰ ਲਈ ਹੈ, ਉਸਨੇ ਸੁਤੰਤਰਤਾ ਹਾਸਲ ਕੀਤੀ ਹੈ। ਜਨਮ ਮਰਨ ਦੁੱਖ ਭਰਮ ਗਿਆ, ਜੰਮਣ ਮਰਨ ਦਾ ਦੁੱਖ, ਜੰਮਣ ਮਰਨ ਰੂਪੀ ਦੁੱਖ ਤੇ ਹੋਰ ਵੀ ਸਾਰੇ ਦੁੱਖ ਅਤੇ ਭਰਮ ਜਿਹੜੀ ਭਟਕਣਾ ਸੀ ਮਨ ਦੀ, ਹੋਰ ਦਾ ਹੋਰ ਸਮਝਣਾ ਭ੍ਰਾਂਤੀ ਸੀ, ਇਹ ਚਲੀ ਗਈ। ਇਸ਼ ਪੁੰਨੀ ਸਰਦਾ ਸਭ ਪੂਰੀ, ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਹਨ ਔਰ ਸਾਰੀਆਂ ਸ਼ਰਧਾ ਜਿਹੜੀ ਸ਼ਰਧਾ ਸੀ ਲੰਮੇ ਸਮੇਂ ਤੋਂ ਪੂਰਨ ਹੋਈ ਹੈ। ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਇਆਲ ਨਾ ਕਬਹੂ ਝੂਰੀ ਹੈ। ਇਉਂ ਜਿਹੜੀ ਸਿੱਧ ਸੱਧਰ ਸੀ ਲੰਮੇ ਸਮੇਂ ਤੋਂ ਸਿੱਖ ਸੀ, ਸ਼ਰਧਾ ਸੀ, ਭਾਵਨੀ ਸੀ, ਉਹ ਪੂਰੀ ਹੋਈ ਹੈ। ਰਵ ਰਹਿਆ ਸਦ ਸੰਗ ਹਜ਼ੂਰੀ, ਤੇ ਹੁਣ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ ਕਿ ਵਾਹਿਗੁਰੂ ਪਰਮਾਤਮਾ ਸਾਰੇ ਰਵ ਰਿਹਾ, ਵਿਆਪਕ ਹੋ ਰਿਹਾ ਹੈ, ਵਸ ਰਿਹਾ, ਸਦਾ ਅੰਗ ਸੰਗ ਹੀ ਹੈ। ਹਜ਼ੂਰੀ ਵਿੱਚ, ਹਜ਼ੂਰੀ ਤੋਂ ਮਤਲਬ ਸਦਾ ਸਾਹਮਣੇ ਹੀ ਹੈ। ਸੋ ਇਸ ਪ੍ਰਕਾਰ ਉਹ ਹਜ਼ੂਰੀ 'ਚ ਹੀ ਵਸਦੇ ਹਨ, ਪਰਮਾਤਮਾ ਨੂੰ ਹਾਜ਼ਰ ਹਜ਼ੂਰ ਹੀ ਸਮਝਦੇ ਹਨ। ਇੰਝ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ। ਜਿਸ ਕਾ ਸਾ ਤਿਨ ਲੀਆ ਮਿਲਾਏ, ਜਿਸ ਦਾ ਉਹ ਜਨ ਬਣ ਗਿਆ, ਸਾ ਦਾ ਮਤਲਬ ਸੀ, ਜਿਹਦਾ ਉਹ ਸੀ, ਜਿਹਦਾ ਉਹ ਸੇਵਕ ਬਣਿਆ ਸੀ, ਉਸ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਹੈ। ਨਾਨਕ ਭਗਤੀ ਨਾਮ ਸਮਾਏ, ਇਸ ਤਰ੍ਹਾਂ ਭਗਤੀ ਭਾਵਨਾ ਕਰਦਾ ਹੋਇਆ ਉਹ ਗੁਰਮੁਖ ਨਾਮ ਵਿੱਚ ਜੁੜ ਕੇ ਨਾਮੀ ਪਰਮਾਤਮਾ ਵਿੱਚ ਹੀ ਸਮਾ ਗਿਆ। ਦਿਨੇ ਰਾਤ ਭਗਤੀ ਅਤੇ ਨਾਮ ਵਿੱਚ ਹੀ ਸਮਾਇਆ ਰਹਿੰਦਾ। ਸੋ ਕਿਉ ਬਿਸਰੈ ਜੇ ਘਾਲ ਨਾ ਭਾਨੈ, ਉਹ ਪਰਮਾਤਮਾ ਕਾਹਨੂੰ ਸਾਨੂੰ ਵਿਸਰ ਜਾਏ। ਜਿਹੜਾ ਕਿਸੇ ਦੀ ਥੋੜ੍ਹੀ ਬਹੁਤੀ ਥੋੜ੍ਹੀ ਜਾਂ ਬਹੁਤੀ ਜਿੰਨੀ ਵੀ ਘਾਲਣਾ ਕਿਸੇ ਨੇ ਘਾਲੀ ਹੈ, ਉਸ ਘਾਲਣਾ ਨੂੰ ਭੰਨਦਾ ਨਹੀਂ ਹੈ। ਇੱਕ ਤਿਲ ਨਹੀਂ ਭੰਨੈ ਘਾਲ ਹੈ, ਕਿਸੇ ਦੀ ਘਾਲਣਾ ਨੂੰ ਤਿਲ ਮਾਤਰ ਵੀ ਭੰਨਦਾ ਨਹੀਂ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਸਫਲੀ ਕਰਦਾ ਹੈ, ਪ੍ਰਵਾਨ ਕਰਦਾ ਹੈ। ਸੋ ਕਿਉ ਬਿਸਰੈ ਜੇ ਕੀਆ ਜਾਣੈ, ਉਹ ਪ੍ਰਮਾਤਮਾ ਕਾਹਨੂੰ ਵਿਸਰ ਜਾਏ, ਸਾਨੂੰ ਕਿਉਂ ਭੁੱਲਣਾ ਚਾਹੀਦਾ। ਜਿਹੜਾ ਕਿਸੇ ਦੇ ਕੀਤੇ ਕਿਸੇ ਵੀ ਕਰਮ ਨੂੰ ਜਾਣਦਾ ਹੈ, ਜਿਸ ਤੋਂ ਛੁਪਿਆ ਹੋਇਆ ਕੁਛ ਨਹੀਂ ਹੈ। ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ, ਉਹ ਪਰਮਾਤਮਾ ਕਾਹਨੂੰ ਭੁੱਲਣਾ ਚਾਹੀਦਾ ਜਿਹਨੇ ਸਭ ਕੁਝ ਹੀ ਸਾਨੂੰ ਦਿੱਤਾ, ਬਖਸ਼ਿਆ ਹੋਇਆ। ਜਿਹੜਾ ਐਡਾ ਵੱਡਾ ਪਰਉਪਕਾਰੀ ਹੈ, ਜਿਹਨੇ ਸਾਡੀ ਹੋਂਦ ਬਣਾਈ ਹੈ, ਰਖਤ ਬਿੰਦ ਤੋਂ 5 ਤੱਤਾਂ ਦੀ ਇਹ ਜੜਤ ਜੜਾ ਕੇ ਕਾਇਆ ਬਖਸ਼ ਦਿੱਤੀ, ਤਨ ਮਨ ਧਨ ਦਿੱਤਾ, ਬੇਅੰਤ ਦਾਤਾਂ ਬਖਸ਼ੀਆਂ। ਸੋ ਕਿਉ ਬਿਸਰੈ ਜੇ ਜੀਵਨ ਜੀਆ, ਉਹ ਪਰਮਾਤਮਾ ਕਾਹਨੂੰ ਭੁੱਲਣਾ ਚਾਹੀਦਾ ਜੋ ਸਾਰਿਆਂ ਜੀਆਂ ਦਾ ਜੀਵਨ ਰੂਪ ਹੈ, ਭਾਵ ਸਾਰਿਆਂ ਦੀ ਜ਼ਿੰਦਗੀ ਦਾ ਆਸਰਾ ਰੂਪ ਹੈ। ਸੋ ਕਿਉ ਬਿਸਰੈ ਜਗਨ ਮੈਂ ਰੱਖੈ, ਐਸਾ ਵਾਹਿਗੁਰੂ ਕਾਹਨੂੰ ਭੁੱਲਣਾ ਚਾਹੀਦਾ ਜੋ ਮਾਂ ਦੇ ਗਰਭ ਦੀ ਅੱਗ ਵਿੱਚ ਸਾਡੀ ਰੱਖਿਆ ਕਰਦਾ ਹੈ, ਸਾਨੂੰ ਸੜਨ ਨਹੀਂ ਦਿੰਦਾ। ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ, ਪਰ ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਕੋਈ ਵਿਰਲਾ ਜਨ ਸੇਵਕ ਹੀ ਪਰਮਾਤਮਾ ਨੂੰ ਲੱਖਦਾ ਹੈ, ਜਾਣਦਾ ਹੈ। ਸੋ ਕਿਉ ਬਿਸਰੈ ਜੇ ਬਿਖ ਤੇ ਕੱਢੈ, ਉਹ ਪਰਮਾਤਮਾ ਕਿਉਂ ਭੁੱਲਣਾ ਚਾਹੀਦਾ ਜਿਹਦੀ ਸ਼ਰਨ ਆ ਜਾਈਏ ਤੇ ਉਹ ਬਿਖ ਜ਼ਹਿਰ ਰੂਪ ਜਿਹੜੀ ਮਾਇਆ ਹੈ ਇਹਦੇ ਵਿੱਚੋਂ ਬਾਹਰ ਕੱਢ ਲੈਂਦਾ ਹੈ, ਸਮਰੱਥਾ ਰੱਖਦਾ, ਜੋ ਸ਼ਰਨ ਪੈਂਦਾ ਉਹਨੂੰ ਕੱਢ ਵੀ ਲੈਂਦਾ। ਜਨਮ ਜਨਮ ਕਾ ਟੂਟਾ ਗੰਢ ਹੈ, ਤੇ ਜਨਮਾਂ ਜਨਮਾਂਤਰਾਂ ਦਾ ਜਿਹੜਾ ਮਨ ਪਰਮਾਤਮਾ ਨਾਲੋਂ ਜਿਹੜਾ ਜੀਵ ਟੁੱਟਾ ਹੋਇਆ ਉਸ ਨੂੰ ਗੰਢ ਲੈਂਦਾ, ਜੋੜ ਲੈਂਦਾ। ਗੁਰ ਪੂਰਾ ਤਤ ਹੈ ਬੁਝਾਇਆ, ਪੂਰੇ ਸਤਿਗੁਰੂ ਜੀ ਨੇ
ਇਹੋ ਹੀ ਤਤ ਨਿਚੋੜ ਸਿਧਾਂਤ ਬੁਝਾਇਆ ਸਮਝਾਇਆ ਹੈ। ਪ੍ਰਭ ਆਪਣਾ ਨਾਨਕ ਜਨ ਧਿਆਇਆ। ਤੇ ਜਿਹੜਾ ਜਨ ਸੇਵਕ ਹੈ ਉਹਨੇ ਗੁਰਾਂ ਦੇ ਆਖੇ ਲੱਗ ਕੇ ਆਪਣੇ ਪ੍ਰਭੂ ਪਰਮਾਤਮਾ ਨੂੰ ਧਿਆਇਆ ਸਿਮਰਿਆ ਹੈ। ਸਾਜਨ ਸੰਤ ਕਰੋ ਇਹ ਕਾਮ, ਐ ਸੱਜਣੋ ਐ ਸੰਤ ਜਨੋ, ਇਹ ਕੰਮ ਜ਼ਰੂਰ ਕਰੋ। ਆਨ ਤਿਆਗ ਜਪੋ ਹਰ ਨਾਮ। ਆਨ ਹੋਰ ਜਿਹੜੇ ਸਾਧਨ ਹਨ, ਹੋਰ ਖਿਆਲ ਹਨ, ਹੋਰ ਕਰਮ ਹਨ, ਉਹ ਤਿਆਗ ਕੇ ਤੇ ਜਪੋ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨੂੰ। ਸਿਮਰ 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 ਸੁਖ ਪਾਵੋ। ਮਨ ਕਰਕੇ, ਬਾਣੀ ਕਰਕੇ, ਰਸਨਾ ਕਰਕੇ, ਸਰੀਰਕ ਤੌਰ 'ਤੇ ਸਿਮਰ ਸਿਮਰ ਕੇ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਸੁਖ ਨੂੰ ਪ੍ਰਾਪਤ ਕਰੋ, ਆਤਮਿਕ ਸੁਖ ਨੂੰ ਪ੍ਰਾਪਤ ਕਰੋ। ਆਪ ਜਪੋ ਅਵਰਹ ਨਾਮ ਜਪਾਓ। ਆਪ ਵੀ ਜਪੋ ਤੇ ਹੋਰਨਾਂ ਨੂੰ ਵੀ ਪ੍ਰੇਰਨਾ ਦੇ ਕੇ ਵਾਹਿਗੁਰੂ ਜੀ ਦਾ ਨਾਮ ਜਪਾਓ। ਇਹ ਵੱਡਾ ਪਰਉਪਕਾਰ ਹੈ। ਭਗਤ ਭਾਏ ਤਰੀਐ ਸੰਸਾਰ। ਭਗਤੀ ਭਾਵਨਾ 'ਚ ਲੱਗ ਕੇ ਹੀ ਸੰਸਾਰ ਤੋਂ ਤਰਿਆ ਜਾ ਸਕਦਾ। ਭਾਏ ਪ੍ਰੇਮ ਦੇ ਸਹਿਤ ਜਿਹੜੀ ਵਾਹਿਗੁਰੂ ਦੀ ਭਗਤੀ ਕਰਨੀ ਹੈ ਸ਼ਰਧਾ ਨਾਲ, ਇਹਦੇ ਨਾਲ ਸੰਸਾਰ ਤੋਂ ਤਰਿਆ ਜਾਂਦਾ ਹੈ। ਬਿਨ ਭਗਤੀ ਤਨ ਹੋਸ਼ੀ ਹੋਸੀ ਛਾਰ। ਵਾਹਿਗੁਰੂ ਦੀ ਪ੍ਰੇਮਾ ਭਗਤੀ ਸ਼ਰਧਾ ਤੋਂ ਬਗੈਰ ਜਿਹੜਾ ਇਹ ਤਨ ਹੈ ਖਾਕ ਹੋ ਜਾਏਗਾ, ਵਿਅਰਥ ਚਲਾ ਜਾਏਗਾ, ਛਾਰ ਸਵਾਹ ਰੂਪ ਮਿੱਟੀ 'ਚ ਮਿਲ ਜਾਏਗਾ। ਇਹ ਤੋਂ ਅਸੀਂ ਲਾਭ ਨਹੀਂ ਲੈ ਸਕਣਾ। ਫਿਰ ਇਹੀ ਲਾਭ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਰਬ ਕਲਿਆਣ ਸੂਖਨਦ ਨਾਮ। ਇੰਝ ਵੀ ਸਮਝ ਲਵੋ ਕਿ ਵਾਹਿਗੁਰੂ ਦੀ ਭਗਤੀ ਤੋਂ ਬਗੈਰ ਵਿਕਾਰਾਂ 'ਚ ਗਰਸਿਆ ਹੋਇਆ ਜਿਹੜਾ ਤਨ ਹੈ ਛਾਰ ਹੀ ਹੋ ਜਾਏਗਾ। ਵਿਕਾਰ ਇਹਨੂੰ ਸਵਾਹ ਹੀ ਬਣਾ ਦੇਣਗੇ। ਸਰਬ ਕਲਿਆਣ ਸੂਖ ਨਿਧ ਨਾਮ। ਜਿਹੜਾ ਵਾਹਿਗੁਰੂ ਜੀ ਦਾ ਨਾਮ ਹੈ, ਇਸ ਨਾਮ ਦੇ ਵਿੱਚੋਂ ਸਾਰੇ ਕਲਿਆਣ ਸੁਖ ਪ੍ਰਾਪਤ ਹੁੰਦਾ ਹੈ। ਕਲਿਆਣ ਨਾਮ ਮੁਕਤੀ ਦਾ, ਗਤ ਦਾ, ਭਲੇ ਦਾ, ਸਾਰੇ ਤਰ੍ਹਾਂ ਦਾ ਭਲਾ ਤੇ ਸੁਖ, ਇਹ ਸਾਰੀਆਂ ਚੀਜ਼ਾਂ ਦੀ ਨਿਧੀ ਖਜ਼ਾਨਾ ਰੂਪ ਵਾਹਿਗੁਰੂ ਦਾ ਨਾਮ ਹੈ। ਬੂੜਤ ਜਾਤ ਪਾਏ ਵਿਸਰਾਮ। ਜਿਹੜਾ ਬੂੜਤ ਡੁੱਬਦਾ ਪਿਆ ਨਾ ਜੀਵ, ਡੁੱਬਦਾ ਜਾਂਦਾ ਵੀ ਜੀਵ ਨਾਮ ਨਾਲ ਜੁੜ ਜਾਏ, ਸੰਸਾਰ ਸਮੁੰਦਰ 'ਚ ਡੁੱਬਦਾ ਹੋਇਆ ਜੀਵ ਵਾਹਿਗੁਰੂ ਦੇ ਨਾਮ ਦੁਆਰਾ ਸਥਿਤੀ ਪ੍ਰਾਪਤ ਕਰ ਲੈਂਦਾ, ਵਿਸ਼ਰਾਮ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ। ਸਗਲ ਦੁੱਖ ਕਾ ਹੋਵਤ ਨਾਸ। ਵਾਹਿਗੁਰੂ ਦੇ ਨਾਮ ਨਾਲ ਜੁੜਿਆਂ ਸਾਰਿਆਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਨਾਨਕ ਨਾਮ ਜਪੋ ਗੁਣਤਾਸ। ਹਜ਼ੂਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਇਸ ਕਰਕੇ ਜੋ ਗੁਣਾਂ ਦਾ ਖਜ਼ਾਨਾ ਨਾ ਵਾਹਿਗੁਰੂ, ਉਸ ਦੇ ਨਾਮ ਨੂੰ ਜਪੋ। ਅਥਵਾ ਨਾਮ ਸਾਰੇ ਗੁਣਾਂ ਦਾ ਖਜ਼ਾਨਾ ਹੈ। ਇਸ ਗੁਣਾਂ ਦੇ ਖਜ਼ਾਨੇ ਨਾਮ ਨੂੰ ਜਪੋ। ਇਸ ਨਾਮ ਵਿੱਚੋਂ ਸਾਰੇ ਗੁਣ ਪੈਦਾ ਹੁੰਦੇ ਨੇ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਜਿਸ ਗੁਰਮੁਖ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦੀ ਪ੍ਰੀਤ ਉਪਜੀ ਹੈ ਤੇ ਪ੍ਰਮਾਤਮਾ ਦੇ ਨਾਮ ਦਾ ਪ੍ਰੇਮ ਉਪਜਿਆ, ਪ੍ਰੇਮ ਰਸ ਪੈਦਾ ਹੋ ਕੇ ਦਿਨੇ ਰਾਤ ਚਾਅ ਹੀ ਚੜ੍ਹਿਆ ਰਹਿੰਦਾ ਵਾਹਿਗੁਰੂ ਦੀ ਭਗਤੀ ਦਾ। ਮਨ ਤਨ ਅੰਤਰ ਇਹੀ ਸੁਆਓ। ਮਨ ਵੀ ਤੇ ਤਨ ਵੀ ਜਿਹੜਾ ਇਹਨਾਂ ਦੇ ਅੰਦਰ ਪਰਮੇਸ਼ਰ ਦੀ ਭਗਤੀ ਦਾ ਹੀ ਸੁਆਓ ਸਵਾਦ ਹੈ, ਪ੍ਰਯੋਜਨ ਹੀ ਇਹ ਹੈ। ਸੋ ਇਸ ਪ੍ਰਕਾਰ ਉਹਦੇ ਜੀਵਨ ਦਾ ਪ੍ਰਯੋਜਨ ਹੀ ਇਹ ਬਣ ਗਿਆ। ਮਨ ਵਿੱਚ ਵੀ ਵਸਿਆ ਹੋਇਆ, ਤਨ ਵਿੱਚ ਵੀ ਭਗਤੀ ਭਾਵਨਾ ਦਾ ਹੀ ਪ੍ਰਯੋਜਨ, ਸਵਾਦ ਹੀ ਇਹ ਆ ਰਿਹਾ। ਨੇਤਰੋਂ ਪੇਖ ਦਰਸ ਸੁਖ ਹੋਏ। ਨੇਤਰਾਂ ਨਾਲ ਸਾਧੂ ਸਤਿਗੁਰਾਂ ਦੇ ਅਥਵਾ ਮਹਾਤਮਾ ਜਿਹੜੇ ਸੰਤ ਸੁਧਰੇ ਮਨ ਵਾਲੇ ਆ, ਉਹਨਾਂ ਦੇ ਦਰਸ਼ਨ ਵੇਖ ਕੇ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਮਨ ਬਿਗਸਾ ਸਾਧ ਚਰਨ ਧੋਏ। ਸਾਧੂ ਸਤਿਗੁਰਾਂ ਦੇ, ਸਾਧੂ ਜਨਾਂ ਦੇ, ਗੁਰੂ ਕੇ ਪਿਆਰਿਆਂ ਦੇ ਚਰਨ ਧੋ ਕੇ ਜਿਹੜਾ ਮਨ ਹੈ ਪ੍ਰਸੰਨ ਖੁਸ਼ ਹੋ ਜਾਂਦਾ, ਬਿਗਸਦਾ ਖਿੜ ਆਉਂਦਾ ਹੈ। ਭਗਤ ਜਨਾਂ ਕੈ ਮਨ ਤਨ ਰੰਗ। ਭਗਤ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦੇ ਮਨ ਵੀ ਤੇ ਤਨ ਵੀ ਅੰਦਰ ਪਰਮੇਸ਼ਰ ਦਾ ਰੰਗ ਆਨੰਦ ਹੈ, ਪਰਮੇਸ਼ਰ ਦਾ ਰੰਗ ਪ੍ਰੇਮ ਚੜ੍ਹਿਆ ਹੋਇਆ ਹੈ। ਬਿਰਲਾ ਕਉ ਪਾਵੈ ਸੰਗ। ਐਸੇ ਜਿਹੜੇ ਭਗਤ ਨੇ ਉਹਨਾਂ ਦਾ ਸੰਗ ਸਾਥ ਕੋਈ ਵਿਰਲਾ ਹੀ ਜੀਵ ਪ੍ਰਾਪਤ ਕਰਦਾ ਹੈ। ਇੱਕ ਉਦਾਹਰਣ ਮਹਾਂਪੁਰਸ਼ ਦਿਆ ਕਰਦੇ ਸੀ ਕਿ ਰੱਬ ਦੇ ਕੋਈ ਸੰਤ ਸਨ, ਅਸਲੀ ਸੰਤ, ਤੇ ਉਹਨਾਂ ਦੇ ਕੋਲ ਦੁਨੀਆ ਬਾਹਲੀ ਆਉਣ ਲੱਗ ਪਈ। ਕੋਈ ਕਹੇ ਜੀ ਧੀ ਵਿਆਹੁਣ ਵਾਲੀ ਹੈ, ਕੋਈ ਕਹੇ ਜੀ ਪੋਤੇ ਦਾ ਮੂੰਹ ਵੇਖਣਾ, ਕੋਈ ਕਹੇ ਜੀ ਗਰੀਬੀ ਹੈ ਧਨ ਬਖਸ਼ੋ, ਕੋਈ ਕੁਛ ਕੋਈ ਕੁਛ। ਉਹਨਾਂ ਨੇ ਵਿਚਾਰਿਆ ਵੀ ਇਹ ਲੋਕ ਨਾ ਤਾਂ ਆਪ ਰੱਬ ਦਾ ਨਾਮ ਜਪਦੇ, ਇਹਨਾਂ ਨੂੰ ਵਿਸ਼ਵਾਸ ਹੀ ਨਹੀਂ ਆਉਂਦਾ ਪਰਮਾਤਮਾ 'ਤੇ, ਸਾਨੂੰ ਸਤਾਈ ਜਾਂਦੇ ਆ ਕੇ ਤੇ ਮੰਗਦੇ ਵੀ ਦੁਨਿਆਵੀ ਦਾਤਾਂ ਹੀ ਨੇ, ਤੇ ਨਾ ਸਾਨੂੰ ਨਾਮ ਜਪਣ ਦਿੰਦੇ ਆ, ਨਾ ਆਪ ਜਪਦੇ, ਵਾਹਿਗੁਰੂ ਨਾਲ ਨਹੀਂ ਜੁੜਦੇ। ਇਸ ਕਰਕੇ ਇਹਨਾਂ ਨੂੰ ਹਟਾਈਏ ਕਿਸੇ ਤਰ੍ਹਾਂ। ਉਹਨਾਂ ਨੇ ਇੱਕ ਤਾਂ ਆਪਣੇ ਦਰਵਾਜ਼ੇ 'ਤੇ ਲੜਾਕੀ ਜੀ ਮਾਈ ਰੱਖ ਲਈ।
ਤੇ ਉਦੋਂ ਥੋੜ੍ਹਾ ਪਰੇ ਕਰਕੇ ਤੇ ਇੱਕ ਮਾਰਨ ਖੰਡੀ ਗਊ ਲਿਆ ਬੱਧੀ, ਤੇ ਜਿਹੜਾ ਮੁੱਖ ਦਰਵਾਜ਼ਾ ਸੀ ਉਹਨਾਂ ਦੇ ਆਸ਼ਰਮ ਦਾ ਟਿਕਾਣੇ ਦਾ, ਉਹਦੇ ਦਰਵਾਜ਼ੇ ਤੇ ਵਾਢੂ ਕੁੱਤਾ ਰੱਖ ਲਿਆ। ਤੇ ਜਿਹੜੇ ਲੋਕ ਆਉਣ ਉਹ ਕੁੱਤਾ ਅੱਗੋਂ ਗਲ ਪਏ, ਤੇ ਉਹ ਮੰਦਾ ਬੋਲਦੇ ਲੋਕ ਚਲੇ ਜਾਣ ਵੀ ਇਹਦਾ ਸਾਧ ਦਾ ਇੱਥੋਂ ਕੀ ਕੋਈ ਲੁੱਟ ਕੇ ਲੈ ਚੱਲਿਆ, ਇਹਨੇ ਕੁੱਤਾ ਰੱਖ ਲਿਆ ਤੇ ਅਸੀਂ ਇਹਦੇ ਕੋਲ ਕੀ ਲੈਣਾ, ਇੰਝ ਮੰਦਾ ਬੋਲਦੇ ਚਲੇ ਗਏ। ਤੇ ਇਸ ਪ੍ਰਕਾਰ ਜੇ ਕੋਈ ਕੁੱਤੇ ਲਾਗੋਂ ਅੱਗੇ ਲੰਘਣ ਦਾ ਯਤਨ ਕਰਦਾ ਸੀ, ਅੱਗੇ ਮਾਰਨ ਖੰਡੀ ਗਊ ਸੀ, ਅੱਗੇ ਮਾਤਾ ਸੀ, ਇਹ ਤਿੰਨ ਰੁਕਾਵਟਾਂ ਖੜੀਆਂ ਕੀਤੀਆਂ ਉਹਨਾਂ ਨੇ। ਇੱਕ ਕੋਈ ਜਗਿਆਸੂ ਸੀ ਤੇ ਉਹ ਕਹਿਣ ਲੱਗਾ ਸੰਤ ਅਸਲੀ ਨੇ, ਰੱਬ ਦੇ ਪਿਆਰੇ, ਇਹਨਾਂ ਦੇ ਕੋਲੋਂ ਜ਼ਰੂਰ ਜੁਗਤੀ ਪੁੱਛਣੀ ਹੈ ਪ੍ਰਮਾਤਮਾ ਦੇ ਮਿਲਾਪ ਦੀ। ਤੇ ਉਹ ਸੋਚੀ ਪੈ ਗਿਆ ਤੇ ਉਹਨੇ ਕਿਹਾ ਅੱਛਾ ਪ੍ਰਬੰਧ ਕਰ ਲੈਂਦੇ। ਉਸਨੇ ਕੁੱਤੇ ਵਾਸਤੇ ਘਿਓ ਖੰਡ ਦੀ ਚੂਰੀ ਜਿਹੜੀ ਸੀ ਉਹ ਬਣਾ ਲਈ, ਤੇ ਗਾਂ ਵਾਸਤੇ ਹਰਾ ਹਰਾ ਘਾਹ ਵੱਢ ਕੇ ਉਹਨੇ ਪੰਡ ਬੰਨ੍ਹ ਲਈ। ਜਿਹੜੀ ਮਾਈ ਸੀ ਉਹਦੇ ਵਾਸਤੇ ਤਿਉਰ ਬਣਾਏ, ਤਿੰਨੇ ਕੱਪੜੇ ਸਰੀਰ ਦੇ ਨਾਲ 25 ਰੁਪਈਏ ਲੈ। ਤੇ ਇਸ ਪ੍ਰਕਾਰ ਦਰਵਾਜ਼ੇ 'ਤੇ ਜਿਹੜਾ ਕੁੱਤਾ ਬੱਧਾ ਸੀ, ਕੁੱਤਾ ਗੁੜ ਦਾ ਬੜਾ ਸ਼ੌਕੀਨ ਹੁੰਦਾ, ਔਰ ਗੁੜ ਘਿਓ ਸ਼ੱਕਰ ਆਦਿ ਕੋ ਪਾ ਕੇ ਉਹਨੇ ਚੂਰੀ ਬੜੀ ਸੋਹਣੀ ਬਣਾਈ ਸੀ, ਉਹ ਕੁੱਤੇ ਅੱਗੇ ਸੁੱਟੀ। ਕੁੱਤਾ ਖਾਣ ਲੱਗ ਪਿਆ, ਪੂਛ ਲਾਉਣ ਲੱਗ ਪਿਆ, ਪ੍ਰੇਮ ਕਰਨ ਲੱਗ ਪਿਆ। ਉਸ ਤੋਂ ਅੱਗੇ ਲੰਘਿਆ ਤੇ ਮਾਰਨ ਖੰਡੀ ਗਊ ਸੀ, ਛੇਤੀ ਨਾਲ ਉਹਦੇ ਅੱਗੇ ਘਾਹ ਸੁੱਟਿਆ ਹਰਾ ਹਰਾ, ਉਹ ਵੀ ਘਾਹ ਖਾਣ ਲੱਗ ਪਈ, ਪ੍ਰਸੰਨ ਹੋ ਗਈ। ਅੱਗੇ ਜਿਹੜੀ ਮਾਈ ਸੀ ਉਹ ਲੱਗੀ ਗਲ ਪੈਣ ਵੀ ਤੂੰ ਕਿੱਧਰ ਆਇਆ ਬਾਈ। ਕਹਿਣ ਲੱਗਾ ਮਾਤਾ ਜੀ ਤੂੰ ਸੰਤਾਂ ਦੀ ਸੇਵਾਦਾਰ ਨਹੀਂ ਆ, ਤੇਰੇ ਵਾਸਤੇ ਕੱਪੜੇ ਲਿਆਇਆ, 25 ਰੁਪਈਏ ਲਿਆ, ਭੇਟਾ ਤੇਰੀ, ਤੇ ਹੁਣ ਸੰਤਾਂ ਨਾਲ 2 ਮਿੰਟ ਮਿਲਾ ਦੇ, ਮੈਨੂੰ ਬਚਨ ਕਰਾ ਦੇ। ਤਾਂ ਜਦੋਂ ਗਏ ਤੇ ਉਹ ਸੰਤ ਵੇਖ ਕੇ ਹੱਸ ਪਏ, ਕਹਿਣ ਲੱਗੇ ਭਾਈ ਤੇਰੇ ਵਰਗਾ ਜਗਿਆਸੂ ਤਾਂ ਅਸੀਂ ਵੀ ਲੱਭਦੇ ਹਾਂ, ਸੰਤ ਮਿਲਿਆ ਕਿਸੇ ਸੁਣੀਆਂ ਕਹੀ ਹੈ, ਕੋਈ ਰੱਬ ਦੀ ਭਗਤੀ ਕਰਨ ਵਾਲਾ ਮਿਲੇ ਜਗਿਆਸੂ ਸਾਧੂ ਸ਼ਰਧਾਲੂ, ਤੇ ਉਹਨੂੰ ਤਾਂ ਅਸੀਂ ਵੀ ਉਡੀਕਦੇ ਹਾਂ। ਸੋ ਇਸ ਪ੍ਰਕਾਰ ਭਗਤ ਜਨਾਂ ਦੀ ਸੰਗਤ ਕਰਨ ਵਾਲਾ ਕੋਈ ਵਿਰਲਾ ਹੀ ਹੁੰਦਾ, ਉਹਨਾਂ ਦੇ ਮਨ ਤੇ ਤਨ ਅੰਦਰ ਰੰਗ ਪ੍ਰੇਮ ਪਰਮੇਸ਼ਰ ਦਾ ਹੀ ਹੈ, ਤੇ ਉਹਨਾਂ ਦੇ ਸੰਗ ਸਾਥ ਕੋਈ ਵਿਰਲਾ ਹੀ ਪ੍ਰਾਪਤ ਕਰਦਾ। ਏਕ ਬਸਤ ਦੀਜੈ ਕਰ ਮਾਇਆ, ਵਾਹਿਗੁਰੂ ਦੇ ਸਨਮੁਖ ਬੇਨਤੀ ਹੈ ਕਿ ਮਹਾਰਾਜ ਆਪਣੀ ਮਾਇਆ ਮਿਹਰ ਕਰਕੇ ਇੱਕ ਵਸਤੂ ਸਾਨੂੰ ਬਖਸ਼ ਦਿਓ, ਗੁਰ ਪ੍ਰਸਾਦ ਨਾਮ ਜਪ ਲਿਆ। ਜਿਸ ਕਰਕੇ ਗੁਰੂ ਦੀ ਪ੍ਰਸਾਦ ਕਿਰਪਾ ਸਾਡੇ 'ਤੇ ਹੋਵੇ ਤੇ ਇਸ ਨਾਮ ਜਪ ਲਿਆ ਕਰੀਏ, ਤਾਂ ਕਿ ਉਪਮਾ ਕਹੀ ਨਾ ਜਾਏ, ਜਿਹੜਾ ਐਸਾ ਉਹਦੀ ਉਪਮਾ ਕਥਨ ਨਹੀਂ ਹੋ ਸਕਦੀ। ਪਰਮਾਤਮਾ ਅਕਾਲ ਪੁਰਖ, ਉਸ ਦੀ ਉਪਮਾ ਵਡਿਆਈ ਕਥਨ ਹੀ ਨਹੀਂ ਹੋ ਸਕਦੀ, ਕਿੱਡਾ ਕੁ ਵੱਡਾ। ਨਾਨਕ ਰਹਿਆ ਸਰਬ ਸਮਾਏ, ਹਜ਼ੂਰ ਕਹਿੰਦੇ ਨੇ ਸਤਿਗੁਰੂ ਅਰਜਨ ਦੇਵ ਜੀ ਕਿ ਸਰਬ ਜੀਆਂ ਦੇ ਅੰਦਰ ਤੇ ਸਾਰੀਆਂ ਥਾਵਾਂ 'ਤੇ ਪਰਮਾਤਮਾ ਸਭ ਪਾਸੇ ਸਮਾ ਰਿਹਾ ਹੈ, ਵਿਆਪਕ ਹੋ ਰਿਹਾ ਹੈ। ਪ੍ਰਭ ਬਖਸ਼ੰਦ ਦੀਨ ਦਿਆਲ, ਹੈ ਪ੍ਰਭੂ ਜੀ ਆਪ ਬਖਸ਼ੰਦ ਹੋ, ਸਾਰੇ ਗੁਨਾਹ ਬਖਸ਼ ਦੇਣ ਵਾਲੇ ਤੇ ਬਖਸ਼ਿਸ਼ਾਂ ਕਰਨ ਵਾਲੇ, ਦੀਨ ਆਜਿਜ਼ ਨਿਮਾਣਿਆਂ ਸ਼ਰਨ ਆਉਣ ਵਾਲਿਆਂ ਗਰੀਬਾਂ ਤੇ ਆਪ ਜੀ ਦਿਆਲੂ ਹੋਣ ਵਾਲੇ। ਭਗਤ ਵਸ਼ਲ ਸਦਾ ਕਿਰਪਾਲ, ਭਗਤੀ ਤੋਖਤ ਦੀਨ ਕਿਰਪਾਲਾ। ਭਗਤੀ ਭਾਵਨਾ, ਕਈ ਸਵਾਲ ਖੜਾ ਕਰਦੇ ਵੀ ਪਰਮਾਤਮਾ ਫਿਰ ਖੁਸ਼ਾਮਦ ਵਿੱਚ ਆਉਂਦਾ, ਵੀ ਜਿਹੜੇ ਉਹਦੀ ਭਗਤੀ ਕਰਦੇ, ਨਾਮ ਜਪਦੇ, ਸਿਫਤਾਂ ਕਰਦੇ ਆ, ਉਹ ਫੁੱਲਦਾ ਵੀ ਤਾਂ ਪ੍ਰਸੰਨ ਹੁੰਦਾ? ਨਹੀਂ। ਭਗਤੀ ਕਰਨ ਵਾਲੇ ਦੇ ਹਿਰਦੇ 'ਚੋਂ ਹੰਕਾਰ ਮਰਦਾ ਤੇ ਪ੍ਰੇਮ ਦੀ ਮੂਰਤ ਬਣਦਾ, ਤੇ ਪਰਮਾਤਮਾ ਵੀ ਐਸਾ ਹੀ ਹੈ। ਸਾਰੀ ਸ੍ਰਿਸ਼ਟੀ ਦਾ ਮਾਲਕ ਹੁੰਦਾ, ਉਹਨੂੰ ਕੋਈ ਹੰਕਾਰ ਥੋੜ੍ਹਾ। ਜੇ ਹੰਕਾਰ ਹੋਵੇ ਤੇ ਭਗਤਾਂ ਦੇ ਵੱਛੇ ਕਿਉਂ ਚਾਰਦਾ ਫਿਰੇ, ਕਬੀਰ ਦਾ ਜਗ ਕਿਉਂ ਸੰਪੂਰਨ ਖਰੇ, ਮੰਦਰ ਦਾ ਮੂੰਹ ਕਿਉਂ ਭੋਂਦਾ ਫਿਰੇ ਮੋਢਾ ਡਾਹ ਕੇ। ਉਹ ਪ੍ਰੇਮ ਦੀ ਮੂਰਤ ਹੈ, ਤੇ ਭਗਤ ਵੀ ਸਿਮਰਨ ਭਜਨ ਦੁਆਰਾ ਹੰਕਾਰ ਛੱਡ ਕੇ ਪ੍ਰੇਮ ਦੀ ਮੂਰਤ ਬਣ ਜਾਂਦੇ ਆ, ਤੇ ਪ੍ਰੇਮ ਸਰੂਪ ਹੋਣ ਕਰਕੇ ਵਾਹਿਗੁਰੂ ਉਹਨਾਂ 'ਚ ਜਿਹੜਾ ਆਪਣਾ ਆਪ ਪ੍ਰਗਟ ਕਰਦਾ, ਉਹਨਾਂ ਨੂੰ ਆਪਣੇ 'ਚ ਭੇਦ ਕਰਦਾ। ਇਸ ਕਰਕੇ ਉਹ ਹੰਕਾਰ ਨੂੰ ਪਸੰਦ ਨਹੀਂ ਕਰਦਾ, ਤੇ ਪ੍ਰੇਮ ਜਿੱਥੇ ਹੁੰਦਾ ਉੱਥੇ ਹੰਕਾਰ ਨਹੀਂ ਹੁੰਦਾ। ਇਸ ਕਰਕੇ ਭਗਤ ਵਸ਼ਲ ਹੈ, ਭਗਤੀ ਨਾਲ ਵਾਤਸਲ ਨਿਰਸ਼ਿਤ ਪਿਆਰ ਕਰਨ ਵਾਲਾ ਵਾਹਿਗੁਰੂ ਸਦਾ ਕਿਰਪਾਲ। ਤੇ ਮਹਾਰਾਜ ਤੁਸੀਂ ਸਦਾ ਹੀ ਕਿਰਪਾ ਕਰਨ ਵਾਲੇ, ਕਿਰਪਾ ਦੇ ਸਰੂਪ ਹੋ। ਕਿਰਪਾਲ ਦਾ ਅਰਥ ਹੈ ਕਿਰਪਾਲੂ, ਕਿਰਪਾ ਜਮਾ ਅਲ ਹੈ, ਕਿਰਪਾ ਦਾ ਸਰੂਪ ਹੋ। ਅਨਾਥ ਨਾਥ ਗੋਬਿੰਦ ਗੋਪਾਲ, ਜਿਹੜੇ ਅਨਾਥ ਯਤੀਮ ਨਖਸਮੇ ਹਨ, ਉਹਨਾਂ ਦੇ ਖਸਮ ਮਾਲਕ ਰੂਪ ਹੋ ਸੱਚੇ ਪਾਤਸ਼ਾਹ। ਤੁਸੀਂ ਗੋਬਿੰਦ ਹੋ, ਗੁਰਾਂ ਦੀ ਬਾਣੀ ਕਰਕੇ ਬਿੰਦ ਜਾਣੇ ਜਾਂਦੇ ਹੋ, ਗੋ ਸ੍ਰਿਸ਼ਟੀ ਦੇ ਬਿੰਦ ਰੱਖਿਅਕ ਹੋ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ ਹੋ, ਗੋਪਾਲ ਸ੍ਰਿਸ਼ਟੀ ਦੇ ਪਾਲਕ ਹੋ। ਸਰਬ ਘਟਾ ਕਰਤ ਪ੍ਰਤਪਾਲ, ਸਾਰਿਆਂ ਘਟਾਂ ਸਰੀਰਾਂ ਦੀ ਪ੍ਰਤਪਾਲਾ ਕਰਦੇ ਹੋ। ਆਦਿ ਪੁਰਖ ਕਾਰਨ ਕਰਤਾਰ, ਸਾਰਿਆਂ ਦਾ ਆਦਿ ਮੂਲ ਰੂਪ ਮੁੱਢ ਰੂਪ ਹੋ। ਪੁਰਖ ਪੂਰਨ ਹੋ ਸੱਚੇ ਪਾਤਸ਼ਾਹ ਜੀ, ਤੇ
ਸਾਰਾ ਜਿਹੜਾ ਸੰਸਾਰ ਰਚਿਆ ਇਹਦਾ ਮੂਲ ਕਾਰਨ ਵੀ ਆਪ ਹੀ ਉਸ ਸੱਚੇ ਪਾਤਸ਼ਾਹ ਤੇ ਕਰਤਾਰ ਸਾਰੇ ਜੀਆਂ ਦੀ ਜਿਹੜੀ ਤਾਰ ਤੁਹਾਡੇ ਘਰ ਹੱਥ ਦੇ ਅੰਦਰ ਹੈ, ਸਾਰਿਆਂ ਦੀ ਡੋਰ ਤੁਹਾਡੇ ਪਾਸ ਹੈ। ਭਗਤ ਜਨਾਂ ਕੇ ਪ੍ਰਾਣ ਆਧਾਰ, ਜਿਹੜੇ ਤੁਹਾਡੀ ਭਗਤੀ ਕਰਨ ਵਾਲੇ ਭਗਤ ਜਨ ਹਨ ਉਹਨਾਂ ਦੇ ਪ੍ਰਾਣਾਂ ਦੇ ਆਸਰੇ ਹੋ ਤੁਸੀਂ ਸੱਚੇ ਪਾਤਸ਼ਾਹ, ਜੀਵਨ ਦਾ ਆਧਾਰ ਹੋ। ਜੋ ਜੋ ਜਪੈ ਸੋ ਹੋਏ ਪੁਨੀਤ, ਜਿਹੜਾ ਜਿਹੜਾ ਤੁਹਾਨੂੰ ਜਪਦਾ ਮਹਾਰਾਜ ਉਹ ਪੁਨੀਤ ਪਵਿੱਤਰ ਹੋ ਜਾਂਦਾ ਹੈ। ਭਗਤ ਭਾਏ ਲਾਵੈ ਮਨ ਹੀਤ, ਉਹਦੇ ਅੰਦਰ ਭਗਤੀ ਭਾਵਨਾ ਹੈ ਤੇ ਆਪਣਾ ਜਿਹੜਾ ਉਹਦਾ ਮਨ ਹੈ ਉਹ ਉਹਦੇ ਵਿੱਚ ਸੱਚੇ ਪਾਤਸ਼ਾਹ ਤੁਹਾਡਾ ਹਿੱਤ ਲਾ ਲੈਂਦਾ ਹੈ। ਸੋ ਇਸ ਪ੍ਰਕਾਰ ਭਗਤੀ ਤੇ ਭਾਵਨਾ, ਸ਼ਰਧਾ ਤੇ ਮਨ ਦਾ ਹਿੱਤ ਜਿਹੜਾ ਉਹ ਤੁਹਾਡੇ ਨਾਲ ਲਾ ਲੈਂਦਾ ਹੈ। ਹਮ ਨਿਰਗੁਣੀ ਯਾਰ ਨੀਚ ਅਜਾਨ, ਇਹ ਸੱਚੇ ਪਾਤਸ਼ਾਹ ਸਾਡੇ 'ਚ ਤਾਂ ਕੋਈ ਗੁਣ ਨਹੀਂ ਹੈ, ਅਸੀਂ ਗੁਣਾਂ ਤੋਂ ਸਖਣੇ ਹਾਂ, ਨੀਚ ਨੀਵੇਂ ਹਾਂ ਬਹੁਤ ਹੀ, ਅਜਾਣ ਬੇਸਮਝ ਹਾਂ ਸੱਚੇ ਪਾਤਸ਼ਾਹ। ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਹੇ ਪੁਰਖ ਖਸਮ ਰੂਪ, ਹੇ ਪੁਰਖ ਪੂਰਨ ਭਗਵਾਨ, ਸਾਰੀਆਂ ਸ਼ਕਤੀਆਂ ਦੇ ਵਾਲੇ ਮਾਲਕ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਜੀ। ਸਰਬ ਬੈਕੁੰਠ ਮੁਕਤ ਮੋਖ ਪਾਏ, ਉਹ ਜਨ ਸੇਵਕ ਭਗਤ, ਸਾਰੇ ਬੈਕੁੰਠ ਸੁਰਗ। ਸੋ ਇਸੇ ਤਰ੍ਹਾਂ ਆਮ ਤੌਰ 'ਤੇ ਅਸੀਂ ਸੱਚਖੰਡ ਵੀ ਕਹਿ ਦਿੰਦੇ ਹਾਂ, ਸਨਾਤਨ ਮਤ 'ਚ ਸੁਰਗ ਬੈਕੁੰਠ ਆਦਿ ਕਿਹਾ ਜਾਂਦਾ। ਸੋ ਸਾਰੇ ਤਰ੍ਹਾਂ ਦੇ ਬੈਕੁੰਠ ਦੇ ਸੁੱਖ ਤੇ ਮੁਕਤ ਮੋਖ, ਸਾਰੀਆਂ ਜਿਹੜੀਆਂ 4 ਪ੍ਰਕਾਰ ਦੀਆਂ ਮੁਕਤੀਆਂ ਤੇ ਕੇਵਲ ਮੁਕਤੀ, ਜੀਵਨ ਮੁਕਤੀ ਆਦਿਕ ਦੇ ਸੁੱਖ ਨੂੰ ਉਹ ਪ੍ਰਾਪਤ ਕਰ ਲੈਂਦਾ। ਏਕ ਨਿਮਖ ਹਰਿ ਕੇ ਗੁਣ ਗਾਏ, ਜਿਹੜਾ ਇੱਕ ਅੱਖ ਦੇ ਫੋਰ ਜਿੰਨਾ ਸਮਾਂ ਵੀ ਨਿਮਖ ਮਾਤਰ ਪਲ ਮਾਤਰ ਵੀ ਹਰੀ ਦੇ ਗੁਣ ਗਾਉਂਦਾ ਹੈ। ਅਨਕ ਰਾਜ ਭੋਗ ਵਡਿਆਈ, ਅਨੇਕਾਂ ਤਰ੍ਹਾਂ ਦੇ ਰਾਜ ਭਾਗ ਦੀ, ਭੋਗਾਂ ਪਦਾਰਥਾਂ ਦੀ ਪ੍ਰਾਪਤੀ ਤੇ ਸਾਰੇ ਦੋਹਾਂ ਜਹਾਨਾਂ ਦੀ ਵਡਿਆਈ ਉਹਨੂੰ ਪ੍ਰਾਪਤ ਹੁੰਦੀ ਹੈ। ਹਰ ਕੇ ਨਾਮ ਕੀ ਕਥਾ ਮਨ ਪਾਈ, ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਵਾਲੀ, ਸਰੂਪ ਤੇ ਤਟਸਥੀ ਲੱਛਣਾਂ ਵਾਲੀ ਜਿਹੜੀ ਕਥਾ ਹੈ, ਜੋ ਵਾਹਿਗੁਰੂ ਦੀ ਵਡਿਆਈ ਦੀਆਂ ਗੱਲਾਂ ਹਨ, ਜਿਹਦੇ ਮਨ ਨੂੰ ਭਾ ਜਾਂਦੀਆਂ, ਚੰਗੀਆਂ ਲੱਗਦੀਆਂ ਹਨ, ਉਹ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ। ਬਹੁ ਭੋਜਨ ਕਾਪਰ ਸੰਗੀਤ, ਵਨ ਸਵੰਨੇ ਮਖਮਲੀ ਜਰੀ ਦੇ ਰੇਸ਼ਮ ਦੇ ਕੱਪੜੇ ਮਨ ਉਹਨੇ ਪਹਿਨ ਲਏ। ਸੋ ਇਸੇ ਤਰ੍ਹਾਂ ਤੇ ਬੜੇ ਵਨ ਸਵੰਨੇ ਸਵਾਦਿਕ ਭੋਜਨ ਉਹਨੇ ਖਾ ਲਏ, ਅਨੇਕਾਂ ਤਰ੍ਹਾਂ ਦੇ ਭੋਜਨ 36 ਪ੍ਰਕਾਰ ਦੇ, ਹਰ ਤਰ੍ਹਾਂ ਦੇ ਕੱਪੜੇ ਤੇ ਸੰਗੀਤ ਰਾਗ ਸਾਜ ਦਾ ਸੁੱਖ ਉਹਨੂੰ ਪ੍ਰਾਪਤ ਹੋਇਆ। ਰਸਨਾ ਜਪਤੀ ਹਰ ਹਰ ਨੀਂਦ, ਜਿਹੜੀ ਰਸਨਾ, ਜਿਸ ਵਿਅਕਤੀ ਦੀ ਰਸਨਾ ਜੀਵ ਨਿਤ ਹੀ ਵਾਹਿਗੁਰੂ 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 ਜਪਦੀ ਹੈ, ਉਹਨੂੰ ਸਾਰੇ ਇਹ ਸੁੱਖ ਪ੍ਰਾਪਤ ਹੋ ਗਏ ਹਨ। ਮਤਲਬ ਇਹ ਨਹੀਂ ਕਿ ਉਹ ਭੋਜਨ ਬਹੁਤੇ ਸੋਹਣੇ ਖਾਣ ਲੱਗ ਪਿਆ, ਉਹ ਕੱਪੜੇ ਮਖਮਲੀ ਪਹਿਨਣ ਲੱਗ ਪਿਆ ਹੈ, ਸੋ ਰਾਗ ਸਾਜ ਉਹਦਾ ਸੁਣਨ ਲੱਗ ਪਿਆ, ਨਹੀਂ। ਮਤਲਬ ਕਿ ਜਿਹੜੇ ਉੱਥੋਂ ਸੁੱਖ ਮਿਲਦੇ ਹਨ ਉਹ ਕੋਈ ਸੁੱਖ ਪਿੱਛੇ ਨਹੀਂ ਰਹਿ ਗਿਆ, ਉਹਨੂੰ ਸਾਰੇ ਤਰ੍ਹਾਂ ਦਾ ਸੁੱਖ ਪ੍ਰਾਪਤ ਹੋ ਗਿਆ ਸਮਝੋ। ਭਲੀ ਸੁਕਰਨੀ ਸੋਭਾ ਤਨਵੰਤ, ਉਹਦੀ ਜਿਹੜੀ ਕਰਨੀ ਹੈ, ਸ੍ਰੇਸ਼ਟ ਕਰਨੀ ਉਹਨੂੰ ਪ੍ਰਾਪਤ ਹੋਈ ਹੈ। ਸੋਭਾ ਵੀ ਦੋਵਾਂ ਜਹਾਨਾਂ ਦੀ ਮਿਲੀ ਹੈ, ਉਹ ਤਨਵੰਤ ਧਨ ਵਾਲਾ ਵੀ ਬਣ ਗਿਆ। ਹਿਰਦਾ ਬਸੇ ਪੂਰਨ ਗੁਰਮੰਤ, ਪੂਰਨ ਗੁਰੂ ਦਾ ਮੰਤਰ ਉਪਦੇਸ਼ ਜਿਹਦੇ ਹਿਰਦੇ 'ਚ ਵਸ ਜਾਂਦਾ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਬੇਨਤੀ ਹੈ ਕਿ ਹੇ ਵਾਹਿਗੁਰੂ ਜੀ, ਸਾਧੂ ਸਤਿਗੁਰਾਂ ਦੇ ਸੰਗ ਸਾਥ, ਸਾਧ ਸੰਗਤ ਵਿੱਚ, ਸਾਧੂ ਜਨਾਂ ਦੀ ਸੰਗਤ ਵਿੱਚ ਮੈਨੂੰ ਨਿਵਾਸ ਬਖਸ਼ਿਸ਼ ਕਰੋ ਮਹਾਰਾਜ, ਮੇਰਾ ਵਾਸਾ ਉੱਥੇ ਕਰ ਦਿਓ। ਸਰਬ ਸੂਖ ਨਾਨਕ ਪ੍ਰਗਾਸ, ਸਾਰੇ ਸੁਖ ਤੇ ਪ੍ਰਕਾਸ਼ ਗਿਆਨ ਜਿਹੜਾ ਹੈ ਉੱਥੋਂ ਪ੍ਰਾਪਤ ਹੁੰਦਾ ਹੈ। ਸੋ ਸੱਚੇ ਪਾਤਸ਼ਾਹ ਜਿੱਥੋਂ ਸਾਰੇ ਸੁਖ ਤੇ ਗਿਆਨ ਦਾ ਚਾਨਣ ਪ੍ਰਾਪਤ ਹੁੰਦਾ, ਉਹ ਸਾਧ ਸੰਗਤ ਹੈ, ਸਾਧੂ ਜਨਾਂ ਦੀ ਸੰਗਤ ਹੈ, ਸ੍ਰੇਸ਼ਟ ਸਤਿਗੁਰਾਂ ਦਾ ਸੰਗ ਸਾਥ ਹੈ, ਉੱਥੇ ਮੈਨੂੰ ਨਿਵਾਸ ਬਖਸ਼ਿਸ਼ ਕਰੋ। ਸ਼ਲੋਕ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਵਾਹਿਗੁਰੂ ਦੀ ਅਨੇਕਤਾ ਵੀ ਤੇ ਉਸ ਪਰਮਾਤਮਾ ਦੀ ਅਨੇਕਤਾ ਵਿੱਚ ਜਿਹੜੀ ਏਕਤਾ ਉਹ ਬਿਆਨ ਕਰ ਰਿਹਾ ਸਤਿਗੁਰੂ, ਕਿ ਜਦੋਂ ਪਰਮਾਤਮਾ ਜੋ ਨਿਰੰਕਾਰ ਹੈ, ਮਾਇਕੀ ਆਕਾਰਾਂ ਤੋਂ ਰਹਿਤ, ਜਿਸ ਦਾ ਕੋਈ ਆਕਾਰ ਨਹੀਂ, ਜਦੋਂ ਉਹਨੇ ਇਹ ਆਕਾਰ ਧਾਰਿਆ ਨਹੀਂ ਸੀ, ਬਣਾਇਆ ਨਹੀਂ ਸੀ ਸੰਸਾਰ, ਉਦੋਂ ਨਿਰਗੁਣ ਸਰੂਪ ਸੀ, ਮਾਇਆ ਦੇ 3 ਗੁਣਾਂ ਤੋਂ ਰਹਿਤ। ਨਿਰਗੁਣ ਦਾ ਅਰਥ ਗੁਣਾਂ ਤੋਂ ਸਖਣਾ ਨਹੀਂ, ਮਾਇਆ ਦੇ 3 ਸੁਭਾਵਾਂ ਤੋਂ ਰਹਿਤ ਸੀ। ਹੁਣ ਜਦੋਂ ਆਕਾਰ ਰਚਿਆ ਇਹ ਸੰਸਾਰ ਤੇ ਇਸ ਆਕਾਰ ਦੇ ਵਿੱਚ ਆਪ ਸਮਾਇਆ ਹੋਇਆ, ਹੁਣ ਉਹ ਸਰਗੁਣ ਖਵਾ ਰਿਹਾ ਹੈ। ਸੁਨ ਸਮਾਧੀ ਆਪ, ਸੁਨ ਦਾ ਅਰਥ ਹੈ ਅਫੁਰ, ਜਿੱਥੇ ਫੁਰਨਾ ਹੀ ਕੋਈ ਨਹੀਂ। ਸੋ ਅਫੁਰ ਸਮਾਧੀ ਵਿੱਚ ਵੀ ਆਪ ਹੀ ਸੀ ਜਦੋਂ ਜਗਤ ਨਹੀਂ ਸੀ ਰਚਿਆ। ਆਪਨ ਕੀਆ ਨਾਨਕਾ,
ਹਜ਼ੂਰ ਕਹਿੰਦੇ ਨੇ ਉਸ ਪਰਮਾਤਮਾ ਨੇ ਆਪਣੇ ਆਪ ਤੋਂ ਹੀ ਕੀਤਾ ਸਭ ਕੁਝ। ਆਪੇ ਹੀ ਫਿਰ ਜਾਪ, ਆਪੇ ਹੀ ਪੈਦਾ ਕੀਤਾ ਸਾਰਾ ਜਗਤ ਸੰਸਾਰ ਕੁਦਰਤ ਰਚਨਾ, ਤੇ ਇਸ ਰਚਨਾ ਵਿੱਚ ਬੈਠਾ ਫਿਰ ਆਪ ਹੀ ਆਪਣੇ ਆਪ ਨੂੰ ਜਪਦਾ ਪਿਆ ਹੈ, ਆਪਣਾ ਨਾਮ ਆਪ ਹੀ ਜਪਦਾ ਪਿਆ, ਤੇ ਆਪਣੇ ਆਪ ਨੂੰ ਫਿਰ ਆਪ ਹੀ ਜਾਪਣ ਜਾਣਨ ਵਾਲਾ ਵਾਹਿਗੁਰੂ ਹੈ। ਅਸ਼ਟਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਇਹ ਜਿਹੜਾ ਆਕਾਰ ਦਿਖਾਈ ਦੇ ਰਿਹਾ ਸੰਸਾਰ ਦੀ ਰਚਨਾ, ਜਦੋਂ ਇਹ ਆਕਾਰ ਕੁਛ ਵੀ ਨਹੀਂ ਸੀ ਦਿਸਦਾ, ਦਿਖਾਈ ਨਹੀਂ ਸੀ ਦਿੰਦਾ, ਦ੍ਰਿਸ਼ਟੀ 'ਚ ਆਉਣ ਵਾਲਾ ਹੈ ਹੀ ਨਹੀਂ ਸੀ। ਪਾਪ ਪੁੰਨ ਤਬ ਕਹੇ ਤੇ ਹੋਤਾ, ਭਾਈ ਦੱਸੋ ਫਿਰ ਉਦੋਂ ਪਾਪ ਤੇ ਪੁੰਨ ਤਦੋਂ ਕਿੱਥੋਂ ਹੋਣਾ ਸੀ, ਕਿੱਥੇ ਹੋਣਾ ਸੀ, ਕਿਸ ਤੋਂ ਹੋਣਾ ਸੀ, ਕਿਸ ਜੀਵ ਤੋਂ ਪਾਪ ਹੋਣਾ ਸੀ, ਕਿਸ ਤੋਂ ਪੁੰਨ ਹੋਣਾ ਸੀ, ਜਦੋਂ ਰਚਨਾ ਹੀ ਕੋਈ ਨਹੀਂ ਸੀ। ਜਬ ਧਾਰੀ ਆਪਨ ਸੁੰਨ ਸਮਾਧ, ਜਦੋਂ ਆਪਣੀ ਅਫੁਰ ਸਮਾਧੀ ਨੂੰ ਪਰਮੇਸ਼ਰ ਨੇ ਧਾਰਨ ਕੀਤਾ ਹੋਇਆ ਸੀ, ਕਿਉਂਕਿ ਸੁੰਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕਉ ਕੈਸੇ ਤ੍ਰਿਭਵਨ ਜੋਤ ਰਹੇ ਲਿਵਲਾਈ। ਐਸਾ ਜੋ ਵਾਹਿਗੁਰੂ ਸੀ, ਤਬ ਬੈਰ ਵਿਰੋਧ ਕਿਸ ਸੰਗ ਕਮਾਤ, ਤਦੋਂ ਪੁਰਾਣਾ ਵੈਰ ਨਵਾਂ ਵਿਰੋਧ ਕਿਸ ਜੀਵ ਨੇ ਕਿਸ ਦੇ ਨਾਲ ਕਮਾਉਣਾ ਸੀ, ਕੌਣ ਕਮਾਉਂਦਾ ਸੀ ਵੈਰ ਵਿਰੋਧ। ਜਬ ਇਸ ਕਾ ਵਰਨ ਚਿਹਨ ਨਾ ਜਾਪਤ, ਜਦੋਂ ਇਸ ਸੰਸਾਰ ਦਾ ਕੋਈ ਵਰਨ, ਜਾਤਾਂ ਜਿਹੜੀਆਂ ਹਨ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਆਦਿਕ, ਵਰਨ ਨਾਮ ਰੰਗ ਦਾ ਵੀ ਹੈ, ਤੇ ਚਿਹਨ ਚੱਕਰ ਜਿਹੜਾ ਸੀ, ਮਸ਼ਕਸ਼ ਰੇਖਾ ਆਦਿਕ ਚਿਹਨ ਚਿੰਨ ਨਿਸ਼ਾਨੀਆਂ ਕੁਛ ਵੀ ਨਹੀਂ ਸੀ ਜਾਪਤ ਜਾਣਿਆ ਜਾਂਦਾ, ਭਾਵ ਦਿਸਦਾ ਹੀ ਨਹੀਂ ਸੀ, ਜਾਪਦਾ ਹੀ ਨਹੀਂ ਸੀ ਕੁਛ। ਤਬ ਹਰਖ ਸੋ ਕਹੋ ਕਿਸੇ ਬਿਆਵਤ, ਤਦੋਂ ਕਿਸੇ ਪਦਾਰਥ ਦੀ ਪ੍ਰਾਪਤੀ 'ਤੇ ਜਿਹੜੀ ਖੁਸ਼ੀ ਹੁੰਦੀ ਆ ਤੇ ਕਿਸੇ ਦੇ ਚਲੇ ਜਾਣ 'ਤੇ ਗਮ ਹੁੰਦਾ, ਇਹ ਦੱਸੋ ਕਿਸ ਨੂੰ ਵਿਆਪਦਾ ਸੀ, ਕਿਸ 'ਤੇ ਦਾ ਪ੍ਰਭਾਵ ਪੈਂਦਾ ਸੀ ਖੁਸ਼ੀ ਗਮੀ ਦਾ। ਜਦ ਆਪਣੇ ਆਪ ਪਾਰ ਬ੍ਰਹਮ, ਜਦੋਂ ਆਪਣੇ ਆਪ ਤੋਂ ਆਪ ਰੂਪ ਹੀ ਸੀ, ਖੁਦ ਆਪ ਹੀ ਪਾਰ ਬ੍ਰਹਮ ਸੀ, ਤਬ ਮੋਹ ਕਹਾਂ ਕਿਸ ਹੋਵਤ ਭਰਮ, ਤਦੋਂ ਕਿਸ ਨੂੰ ਮੋਹ ਹੋਣਾ ਸੀ ਕਿਸੇ ਨਾਲ, ਤੇ ਕਿਸ ਨੂੰ ਹੋ ਸਕਦਾ ਸੀ ਭਰਮ, ਭ੍ਰਾਂਤੀ ਭਟਕਣਾ ਕਿਸ ਨੂੰ ਸੀ। ਆਪਨ ਖੇਲ ਆਪ ਵਰਤੀਜਾ, ਇਹ ਜਿਹੜਾ ਜਗਤ ਸੰਸਾਰ ਹੈ, ਤਿੰਨ ਲੋਕ ਹਨ, ਇਹ ਆਪਣਾ ਖੇਲ ਵਾਹਿਗੁਰੂ ਨੇ ਆਪ ਹੀ ਵਰਤਾਇਆ ਹੈ। ਵਿੱਚ ਵਰਤਾ ਨਾਨਕ ਆਪ ਝੂਠ ਕਹੋ ਕਿਆ ਗਨੀ, ਆਪਣਾ ਖੇਲ ਰਚ ਕੇ ਵਿੱਚ ਆਪ ਹੀ ਵਰਤਦਾ ਪਰਮੇਸ਼ਰ ਕਾਲ ਪੁਰਖ। ਨਾਨਕ ਕਰਨਾ ਹਾਰ ਨਾ ਦੂਜਾ, ਹਜ਼ੂਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਬਈ ਉਸ ਪਰਮਾਤਮਾ ਤੋਂ ਬਗੈਰ ਦੂਜਾ ਕੋਈ ਕਰਨਹਾਰ, ਕੁਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ। ਜਬ ਹੋਵਤ ਪ੍ਰਭ ਕੇਵਲ ਧਨੀ, ਜਦੋਂ ਕੇਵਲ ਤੇ ਕੇਵਲ ਪ੍ਰਭੂ ਪਰਮਾਤਮਾ ਆਪ ਹੀ ਧਨੀ ਮਾਲਕ ਸੀ, ਤਬ ਬੰਧ ਮੁਕਤ ਕਹੋ ਕਿਸ ਕਉ ਗਨੀ, ਤਦੋਂ ਕੌਣ ਸੀ ਬੰਧਨਾਂ 'ਚ ਪਿਆ ਹੋਇਆ, ਤੇ ਕੌਣ ਸੀ ਬੰਧਨਾਂ ਤੋਂ ਮੁਕਤ ਸੁਤੰਤਰ, ਕਿਸ ਨੂੰ ਗਿਣਿਆ ਜਾਏ। ਜਬ ਇੱਕ ਹੈ ਹਰ ਅਗਮ ਅਪਾਰ, ਜਦੋਂ ਇੱਕੋ ਇੱਕ ਹਰੀ ਪਰਮਾਤਮਾ ਜੋ ਅਗਮ ਮਨ ਦੀ ਪਹੁੰਚ ਤੋਂ ਪਰੇ ਹੈ, ਅਪਾਰ ਜਿਹਦਾ ਪਾਰਾਵਾਰ ਨਹੀਂ ਬੇਅੰਤ ਹੈ, ਤਬ ਨਰਕ ਸੁਰਗ ਕਹੋ ਕੌਣ ਅਵਤਾਰ, ਤਦੋਂ ਦੱਸੋ ਕੌਣ ਨਰਕਾਂ 'ਚ ਜਾਂਦਾ ਸੀ ਤੇ ਕੌਣ ਸਵਰਗਾਂ 'ਚ ਉਤਰਦਾ ਸੀ, ਜਨਮ ਲੈਂਦਾ ਸੀ, ਅਥਵਾ ਕੌਣ ਨਰਕਾਂ 'ਚ ਕੌਣ ਸਵਰਗਾਂ 'ਚ, ਤੇ ਕੌਣ ਸਮਾਦ ਲੋਕ ਤੇ ਸਰੀਰ ਧਾਰਕ ਜਨਮ ਲੈ ਕੇ ਆਉਂਦਾ ਸੀ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਜਦੋਂ ਸੁਤੇ ਸਿੱਧੀ ਸਹਿਜ ਸੁਭਾਵਕ ਹੀ ਉਹ ਪਰਮਾਤਮਾ ਨਿਰਗੁਣ ਸੀ, ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਸੀ, ਤਬ ਸਿਵ ਸਕਤ ਕਹੋ ਕਿਤ ਠਾਏ, ਤਦੋਂ ਸਿਵ ਜੀਵਾਤਮਾ ਤੇ ਸ਼ਕਤੀ ਜਿਹੜੀ ਮਾਇਆ ਹੈ, ਇਹ ਦੱਸੋ ਕਿਸ ਥਾਂ ਤੇ ਖਲੋਤੀ ਸੀ। ਨਾ ਜੀਵਾਤਮਾ ਰਚੀ ਸੀ ਪਰਮਾਤਮਾ ਨੇ ਕੋਈ, ਨਾ ਸ਼ਕਤੀ ਮਾਇਆ ਹੀ ਸੀ ਜੜ ਚੇਤਨ। ਜਬ ਇੱਕ ਹੈ ਆਪ, ਜਬ ਆਪ ਹੈ ਆਪ ਆਪਣੀ ਜੋਤ ਧਰੈ, ਜਦੋਂ ਆਪਣੇ ਆਪ ਤੋਂ ਆਪ ਰੂਪੀ ਪਰਮੇਸ਼ਰ ਆਪਣੀ ਜੋਤ ਨੂੰ ਆਪ ਹੀ ਧਾਰਨ ਕਰਕੇ ਬੈਠਾ ਹੋਇਆ ਸੀ, ਤਬ ਕਵਨ ਨ ਡਰ ਕਵਨ ਕਤ ਡਰੈ, ਤਦੋਂ ਕੌਣ ਸੀ ਡਰ ਤੋਂ ਰਹਿਤ, ਤੇ ਕੌਣ ਸੀ ਕਿੱਥੋਂ ਕੋਈ ਡਰਦਾ ਸੀ। ਆਪਨ ਚਲਿਤ ਆਪ ਕਰਨਾ ਹਾਰ, ਆਪਣੇ ਉਸ ਦੇ ਕੌਤਕ ਨੇ, ਇਹਨਾਂ ਕੌਤਕਾਂ ਨੂੰ ਕਰਨ ਵਾਲਾ ਵੀ ਆਪ ਹੀ ਆਪ ਸੀ ਤੇ ਹੈ। ਨਾਨਕ ਠਾਕੁਰ ਅਗਮ ਅਪਾਰ, ਹਜ਼ੂਰ ਗੁਰੂ ਅਰਜਨ ਦੇਵ ਫਰਮਾਉਂਦੇ ਨੇ ਕਿ ਉਹ ਜੋ ਠਾਕੁਰ ਮਾਲਕ ਹੈ ਨਾ, ਵਾਹਿਗੁਰੂ ਪਰਮਾਤਮਾ, ਉਹ ਅਗਮ ਪਹੁੰਚ ਹੈ ਮਨ ਦੀ ਗਮਤਾ ਤੋਂ, ਅਪਹੁੰਚ, ਜਿੱਥੇ ਮਨ ਨਹੀਂ ਪਹੁੰਚ ਸਕਦਾ, ਤੇ ਅਪਾਰ ਬੇਅੰਤ ਹੈ। ਅਬਿਨਾਸੀ ਸੁਖ ਆਪਨ ਆਸਨ, ਉਹ ਪਰਮਾਤਮਾ ਅਬਿਨਾਸੀ ਹੈ, ਨਾਸ ਤੋਂ ਰਹਿਤ ਤੇ ਸੁਖ ਸਰੂਪ ਹੈ, ਆਪਣੇ ਆਸਣ ਤੇ ਆਪ ਹੀ ਆਪ ਹੈ। ਇਹ ਸਾਰਾ ਸੰਸਾਰ ਵੀ ਉਹਦਾ ਆਪਣਾ ਆਸਣ ਹੀ ਹੈ। ਤਹਿ ਜਨਮ ਮਰਨ ਕਹੋ ਕਹਾਂ, ਜਦੋਂ ਆਪਣੇ ਆਸਣ ਟਿਕਾਣੇ ਤੇ ਆਪ ਸੀ,
ਤਹ ਜਨਮ ਮਰਨ ਕਹੋ ਕਹਾਂ ਵਿਨਾਸਨ। ਤਾਂ ਉਦੋਂ ਜੰਮਣਾ ਤੇ ਮਰਨਾ ਤੇ ਕਿਸ ਦਾ ਖਾਤਮਾ ਹੋਣਾ, ਤਬਾਹੀ ਕਿਸ ਚੀਜ਼ ਦੀ ਹੋਣੀ ਹੈ, ਜਦੋਂ ਰਜਿਆ ਹੀ ਕੁਛ ਨਹੀਂ ਸੀ। ਜਬ ਪੂਰਨ ਕਰਤਾ ਬਰਬ ਸੋਏ, ਜਦੋਂ ਪੂਰਨ ਤੌਰ ਤੇ ਕਰਤਾ ਅਕਾਲ ਪੁਰਖ ਉਹੀ ਉਹ ਸੀ, ਆਪ ਹੀ ਆਪ। ਤਬ ਜਮ ਕੀ ਤਰਾਸ ਕਹੋ ਕਿਸ ਹੋਏ, ਤਾਂ ਜਮ ਦੀ ਤਰਾਸ, ਜਮਾਂ ਦਾ ਡਰ ਕਿਸ ਨੂੰ ਦੱਸੋ ਭਾਈ ਹੋਣਾ ਸੀ। ਜਬ ਅਵਿਗਤ ਅਗੋਚਰ ਪ੍ਰਭ ਏਕਾ, ਅਵਿਗਤ ਅਦ੍ਰਿਸ਼ਟ ਤੇ ਅਵਗਤ ਅਵਿਅਕਤ ਸਰੂਪ ਨੂੰ ਕਥਨ ਨਾ ਕੀਤਾ ਜਾ ਸਕੇ। ਅਗੋਚਰ ਇੰਦਰੀਆਂ ਦਾ ਅਵਿਸ਼ੇ, ਜਿੱਥੇ ਤੱਕ ਇੰਦਰੇ ਨਾ ਪਹੁੰਚ ਸਕਣ, ਤੇ ਪ੍ਰਭੂ ਇੱਕੋ ਇੱਕ ਸੀ। ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ, ਗੁਪਤ ਚਿੱਤਰਕਾਰੀ ਕਰਨ ਵਾਲੇ ਜਿਹੜੇ ਦੂਤ ਹੈ ਪਰਮੇਸ਼ਰ ਦੇ ਰਚੇ ਹੋਏ, ਕਹਿੰਦੇ ਸਾਰਿਆਂ ਜੀਆਂ ਦੇ ਅੰਦਰ ਮਾਨੋ ਕੈਮਰਾ ਹੀ ਫਿੱਟ ਕੀਤਾ ਹੋਇਆ, ਸਾਰਿਆਂ ਦੇ ਕਰਮ ਜਿਹੜੇ ਉਹ ਵੀਡੀਓਗ੍ਰਾਫੀ ਕਰ ਰਹੇ ਆ। ਚਿੱਤਰਗੁਪਤ ਲੇਖੀਆ, ਹਜ਼ੂਰ ਨੇ ਕਿਹਾ ਚਿੱਤਰਗੁਪਤ ਸਭ ਲਿਖਤੇ ਲੇਖਾ ਭਗਤ ਜਨਾਂ ਕੋ ਦ੍ਰਿਸ਼ਟ ਨ ਪੇਖਾ। ਘਰੀ ਘਰੀ ਕਾ ਲੇਖਾ ਮੰਗ ਹੈ, ਕਾਇਥ ਚੇਤੂ ਨਾਉ ਜਿਹਨਾਂ ਨੂੰ ਕਿਹਾ ਜਾਂਦਾ, ਕਾਇਥ ਤੇ ਚੇਤੂ। ਚਿੱਤਰਗੁਪਤ ਕਿਸ ਦਾ ਲੇਖਾ ਪੁੱਛਦੇ ਸੀ, ਭਾਵ ਕਿਸ ਪਾਸੋਂ ਲੇਖਾ ਪੁੱਛਣਾ ਸੀ ਉਹਨਾਂ ਨੇ। ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਜਦੋਂ ਉਹ ਨਾਥ ਮਾਲਕ ਨਿਰੰਜਨ ਮਾਇਆ ਦੀ ਕਾਲਖ ਤੋਂ ਪਰੇ ਸ਼ੁੱਧ ਸਰੂਪ ਅਗੋਚਰ, ਜਿਹਦੇ ਤੱਕ ਇੰਦਰੇ ਨਾ ਪਹੁੰਚ ਸਕਣ, ਅਗਾਧੇ ਜਿਹੜਾ ਅਥਾਹ ਡੂੰਘਾ ਸੀ ਸਮੁੰਦਰ ਵਰਗਾ ਜਿਸ ਦਾ ਗਿਆਨ। ਤਬ ਕੌਣ ਛੁੱਟੇ ਕੌਣ ਬੰਧਨ ਬਾਧੇ, ਤੂੰ ਦੱਸੋ ਕਿਹੜੇ ਜੀਵ ਸੀ ਜਿਹੜੇ ਛੁੱਟੇ ਹੋਏ ਸੀ ਬੰਧਨਾਂ ਤੋਂ, ਤੇ ਕਿਹੜੇ ਬੰਧਨਾਂ 'ਚ ਬੱਝੇ ਹੋਏ ਸੀ, ਕੋਈ ਹੈ ਹੀ ਨਹੀਂ ਸੀ। ਆਪਨ ਆਪ ਹੀ ਅਚਰਜਾ, ਆਪਣੇ ਆਪ ਤੋਂ ਆਪ ਰੂਪ ਹੀ ਸੀ, ਆਪ ਹੀ ਅਚਰਜ ਰੂਪ ਸੀ, ਆਪਣੇ ਆਪ ਤੋਂ ਆਪ ਹੀ ਅਚਰਜ ਹੋ ਰਿਹਾ ਸੀ। ਸੋ ਇਸ ਪ੍ਰਕਾਰ ਅਚਰਜ ਸਰੂਪ ਸੀ। ਨਾਨਕ ਆਪਨ ਰੂਪ ਆਪ ਹੀ ਉਪਰਜਾ, ਹਜ਼ੂਰ ਕਹਿੰਦੇ ਆਪਣਾ ਰੂਪ ਹੀ ਸੀ ਉਸੇ ਦਾ, ਉਹਨੇ ਆਪਣੇ ਰੂਪ ਤੋਂ ਆਪ ਹੀ ਉਪਰਜਾ ਰਚਨਾ ਰਚੀ ਹੈ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਜਿੱਥੇ ਉਹ ਨਿਰਮਲ ਉਜਲ ਪਵਿੱਤਰ ਪੁਰਖ ਸੀ ਪਰਮਾਤਮਾ, ਤੇ ਜਿਹੜੇ ਹੁਣ ਪੁਰਖ ਰਚੇ ਨਾ ਸਾਰਿਆਂ ਦਾ ਪਤੀ ਸੀ, ਵਾਹਿਗੁਰੂ ਹੁੰਦਾ ਸੀ ਆਪ ਹੀ। ਤਹ ਬਿਨ ਮੈਲ ਕਹੋ ਕਿਆ ਧੋਤਾ, ਜਦੋਂ ਮੈਲ ਤੋਂ ਬਗੈਰ ਹੀ ਸੀ ਉਹ ਵਾਹਿਗੁਰੂ, ਤੇ ਦੱਸੋ ਨੇ ਕਿਸ ਨੂੰ ਧੋਣਾ ਸੀ। ਮੈਲਾ ਤਾਂ ਧੋਤਿਆਂ ਨਿਰਮਲ ਹੁੰਦਾ, ਤੇ ਜਿਹੜਾ ਪਹਿਲਾਂ ਹੀ ਨਿਰਮਲ ਸੀ ਉਹਨੂੰ ਫਿਰ ਕੀ ਧੋਣਾ ਸੀ। ਜਹ ਨਿਰੰਜਨ ਨਿਰੰਕਾਰ ਨਿਰਵਾਣ, ਜਦੋਂ ਨਿਰੰਜਨ ਸ਼ੁੱਧ ਸਰੂਪ ਸੀ, ਮਾਇਕੀ ਆਕਾਰਾਂ ਤੋਂ ਰਹਿਤ ਸੀ, ਨਿਰਵਾਣ ਵਾਸ਼ਨਾ ਰਹਿਤ ਸੀ। ਤਹ ਕੌਣ ਕੋ ਮਾਨ ਕੌਣ ਅਭਿਮਾਨ, ਤਹ ਤਿੱਥੇ ਕਿਸ ਨੂੰ ਮਾਣ ਫੁਰਨਾ ਸੀ, ਜਾਂ ਮਾਣ ਕਿਹਦਾ ਆਦਰ ਕਰਨਾ ਸੀ, ਕਿਸ ਨੂੰ ਅਭਿਮਾਨ ਹੰਕਾਰ ਹੋਣਾ ਸੀ। ਜਹ ਸਰੂਪ ਕੇਵਲ ਜਗਦੀਸ਼, ਸਾਰੇ ਜਗਤ ਦਾ ਈਸ਼ੋ ਮਾਲਕ ਹੈ ਨਾ ਵਾਹਿਗੁਰੂ, ਜਿੱਥੇ ਉਹਦਾ ਹੀ ਸਰੂਪ ਸੀ ਕੇਵਲ, ਜਿਸ ਅਵਸਥਾ 'ਚ ਹੋਰ ਕੋਈ ਸਰੂਪ ਹੀ ਨਹੀਂ ਸੀ। ਤਹ ਛਲ ਛਿਦਰ ਲਗਤ ਕਹੋ ਕੀਸ, ਤਦੋਂ ਕਿਸ ਨੇ ਕਿਸ ਨਾਲ ਛਲ ਕਰਨਾ ਸੀ, ਤੇ ਕਿਸ ਨੇ ਛਿਦਰ ਦੋਸ਼ ਧਾਰਨ ਕਰਨੇ ਸੀ। ਗੁਨਾਹ ਐਬ ਦੋਸ਼ ਊਣਤਾਈਆਂ ਕਿਹਦੇ 'ਚ ਹੋਣੀਆਂ ਸੀ ਭਾਈ, ਦੱਸੋ ਕਿਸ ਦੇ ਅੰਦਰ ਐਸਾ ਸੀ। ਜਹ ਜੋਤ ਸਰੂਪੀ ਜੋਤ ਸੰਗ ਸਮਾਵਾ, ਜਿੱਥੇ ਜੋਤੀ ਸਰੂਪ ਹੋ ਕੇ ਵਾਹਿਗੁਰੂ ਆਪਣੀ ਜੋਤ 'ਚ ਆਪ ਹੀ ਸਮਾਉਂਦਾ ਹੈ। ਤਹ ਕਿਸੇ ਭੂਖ ਕਮਨ ਤ੍ਰਿਪਤਾਵੈ, ਦੱਸੋ ਫਿਰ ਕਿਸ ਨੂੰ ਭੁੱਖ ਲੱਗਣੀ ਸੀ, ਕਿਹਨੇ ਤ੍ਰਿਪਤ ਹੋਣਾ ਸੀ, ਰੱਜਣਾ ਸੀ। ਕਰਨ ਕਰਾਵਨ ਕਰਨ ਹਾਰ, ਜਿਹੜਾ ਜਗਤ ਨੂੰ ਕਰਨ ਵਾਲਾ ਅਥਵਾ ਕਰਕੇ ਬ੍ਰਹਮਾ ਵਰਗਿਆਂ ਨੂੰ ਪੈਦਾ, ਉਹਨਾਂ ਦੁਆਰਾ ਕਰਾਉਣ ਵਾਲਾ ਜਗਤ ਦੀ ਰਚਨਾ, ਤੇ ਇਸ ਪ੍ਰਕਾਰ ਕਰਨਹਾਰ ਹੁਣ ਵੀ ਪਰਮੇਸ਼ਰ ਹੀ ਆ ਆਪ। ਨਾਨਕ ਕਰਤੇ ਕਾ ਨਾਹੀਂ ਸੁਮਾਰ, ਉਸ ਕਰਤੇ ਅਕਾਲ ਪੁਰਖ ਦਾ ਕੋਈ ਸ਼ੁਮਾਰ, ਕੋਈ ਗਿਣਤੀ ਮਿਣਤੀ, ਕੋਈ ਅੰਦਾਜ਼ਾ ਮਾਪ ਤੋਲ ਨਹੀਂ ਹੈ। ਜਦ ਆਪਣੀ ਸੋਭਾ ਆਪਨ ਸੰਗ ਬਣਾਏ, ਜਦੋਂ ਆਪਣੀ ਸੋਭਾ ਆਪਣੇ ਨਾਲ ਹੀ ਬਣਾਈ ਹੋਈ ਸੀ, ਭਾਵ ਉਹਦੀ ਸੋਭਾ ਕਰਨ ਵਾਲਾ ਵੀ ਕੋਈ ਹੈ ਨਹੀਂ ਸੀ ਹੋਰ ਦੂਜੀ ਹਸਤੀ। ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ, ਭਾਈ ਫਿਰ ਸਵਾਲ ਹੀ ਨਹੀਂ ਖੜਾ ਹੁੰਦਾ ਵੀ ਕੋਈ ਕਿਸੇ ਦਾ ਮਾਂ ਹੋਵੇਗਾ, ਬਾਪ ਹੋਵੇਗਾ, ਮਿੱਤਰ ਪੁੱਤਰ ਭਰਾ ਹੋਣਗੇ। ਤਦੋਂ ਕੌਣ ਸੀ ਕਿਸੇ ਦੀ ਮਾਤਾ, ਕੌਣ ਸੀ ਕਿਸੇ ਦਾ ਪਿਤਾ, ਕੌਣ ਕੋਈ ਮਿੱਤਰ, ਕੌਣ ਪੁੱਤਰ ਤੇ ਕੌਣ ਭਰਾ, ਇਹ ਕੁਛ ਵੀ ਨਹੀਂ ਸੀ। ਜਹ ਸਰਬ ਕਲਾ ਆਪਹਿ ਪ੍ਰਬੀਨ, ਜਦੋਂ ਸਾਰੀਆਂ ਕਲਾ ਸ਼ਕਤੀਆਂ ਵਿੱਚ ਪਰਮਾਤਮਾ ਆਪ ਹੀ ਪ੍ਰਬੀਨ ਦਾਨਾ ਸਿਆਣਾ ਸੀ, ਸੂਝਵਾਨ ਸੀ। ਤਹ ਵੇਦ ਕਤੇਵ ਕਹਾਂ ਕਉ ਚੀਨ, ਤਦੋਂ ਜਿਹੜਾ ਪੁਰਾਣਕ ਮੱਤ ਹੈ, ਸਨਾਤਨ ਮੱਤ ਦੇ ਜਿਹੜੇ 4 ਵੇਦ ਆਦਿ ਗ੍ਰੰਥ ਨੇ ਉਹ, ਤੇ ਕਿਤਾਬਾਂ ਇਸਲਾਮ ਦੀਆਂ ਵਿਦੇਸ਼ੀ ਜਿਹੜੇ ਧਰਮ ਹੈ, ਯਹੂਦੀ, ਪਾਰਸੀ, ਈਸਾਈ ਤੇ ਇਸਲਾਮ, ਉਹ ਦੱਸੋ ਕਿਸ ਨੇ ਜਾਣਨੀਆਂ ਸੀ। ਸੋ ਕਿੱਥੋਂ ਕਿਸ ਨੂੰ ਪ੍ਰਾਪਤ ਹੋਣੀਆਂ ਸੀ, ਕਿਸ ਨੇ ਲਿਖਣੀਆਂ ਸੀ, ਕਿੱਥੇ ਜਾਣੀਆਂ ਜਾਣਗੀਆਂ। ਜਬ ਆਪਣੇ ਆਪ ਉਰ ਧਾਰੈ, ਜਦੋਂ ਆਪਣੇ ਆਪ ਤੋਂ ਆਪ ਰੂਪ ਸੀ, ਤੇ ਆਪਣੇ ਹਿਰਦੇ ਅੰਦਰ ਆਪ ਹੀ ਧਾਰਦਾ ਸੀ ਸਭ ਕੁਛ।
ਤਉ ਸਗਨ ਅਪਸਗਨ ਕਹਾਂ ਵਿਚਾਰ ਹੈ। ਤੇ ਫਿਰ ਇਹ ਜਿਹੜੇ ਸ਼ਗਨ ਤੇ ਅਪਸ਼ਗਨ ਜਿਹੜੇ ਬਣਾਏ ਹੋਏ ਲੋਕਾਂ ਨੇ, ਸੋ ਇਹ ਕਿਸ ਨੇ ਵਿਚਾਰਨੇ ਸੀ। ਜਹ ਆਪ ਨੂੰ ਉੱਚਾ ਆਪਣੇ ਆਪ ਨੇਰਾ, ਜਦੋਂ ਆਪ ਹੀ ਉੱਚਾ ਸਭ ਤੋਂ ਤੇ ਆਪਣੇ ਨੇੜੇ ਆਪ ਹੀ ਸੀ ਪਰਮੇਸ਼ਰ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਉੱਥੇ ਉਸ ਅਵਸਥਾ 'ਚ ਕੌਣ ਠਾਕੁਰ ਮਾਲਕ ਤੇ ਕੌਣ ਚੇਰਾ ਦਾਸ ਸੇਵਕ ਗੁਲਾਮ ਸਮਝਿਆ ਜਾਏਗਾ। ਬਿਸਮਨ ਬਿਸਮ ਰਹੇ ਬਿਸਮਾਦ, ਜਿਹੜਾ ਅਸਚਰਜ ਤੋਂ ਅਸਚਰਜ ਰੂਪ ਹੈ ਪਰਮੇਸ਼ਰ, ਸੋ ਉਸ ਨੂੰ ਵੇਖ ਕੇ ਬਿਸਮਾਦ ਹੈਰਾਨ ਹੋ ਰਹੇ ਹਨ ਵਾਹਿਗੁਰੂ ਦੇ ਪਿਆਰੇ। ਉਹ ਜਿਹੜਾ ਅਸਚਰਜ ਤੋਂ ਅਸਚਰਜ ਰੂਪ ਹੈ, ਉਹ ਆਪ ਖੁਦ ਹੀ ਬਿਸਮਾਦ ਰੂਪ ਹੀ ਹੋ ਰਿਹਾ ਸੀ ਵਾਹਿਗੁਰੂ। ਨਾਨਕ ਆਪਣੀ ਗਤ ਜਾਣੋ ਆਪ। ਸੋ ਅਥਵਾ ਉਸ ਅਸਚਰਜ ਤੋਂ ਅਸਚਰਜ ਰੂਪ ਨੂੰ ਵੇਖ ਕੇ ਦਰਸ਼ਨ ਕਰਕੇ ਉਹਦਾ ਗਿਆਨ ਪ੍ਰਾਪਤ ਕਰਕੇ ਰਹੇ ਬਿਸਮਾਦ ਹੋ ਰਹੇ ਹਨ ਭਗਤ ਜਨ ਬਿਸਮਾਦ ਆਨੰਦ ਦੇ ਸਹਿਤ। ਨਾਨਕ ਆਪਣੀ ਗਤ ਜਾਣੋ ਆਪ। ਹੇ ਵਾਹਿਗੁਰੂ ਜੀ, ਆਪਣੀ ਗਤ ਮਹਿਮਾ ਨੂੰ, ਆਪਣੀ ਅੰਦਰਲੀ ਆਤਮਿਕ ਅਵਸਥਾ ਨੂੰ ਤੁਸੀਂ ਆਪ ਹੀ ਜਾਣਦੇ ਹੋ। ਤੁਸੀਂ ਕਿਹੋ ਜਿਹੇ ਹੋ ਇਹ ਤੁਸੀਂ ਆਪ ਹੀ ਜਾਣਦੇ ਹੋ। ਜਹ ਅਛਲ ਅਛੇਦ ਭੇਦ ਸਮਾਇਆ, ਅਛਲ ਅਧਿਕ ਲਾ ਕੇ ਪਾਠ ਕਰਨਾ ਠੀਕ ਨਹੀਂ ਰਹੇਗਾ, ਕਿਉਂਕਿ ਛਲ ਹੁੰਦੀ ਹੈ ਜਿਹੜੀ ਦਰਿਆਵਾਂ ਸਮੁੰਦਰਾਂ 'ਚ ਹਵਾ ਨਾਲ ਪੈਦਾ ਹੁੰਦੀ ਤਰੰਗ ਛਲ। ਸੋ ਛਲ ਨਹੀਂ ਛਲ, ਛਲ ਜਿਹੜਾ ਹੈ ਛਲ ਤੋਂ ਰਹਿਤ ਪਰਮਾਤਮਾ, ਜਿਹੜਾ ਜਿਸ ਨੂੰ ਛਲਿਆ ਨਹੀਂ ਜਾ ਸਕਦਾ। ਅਛੇਦ ਛੇਦੇ ਜਾਣ ਤੋਂ, ਨਾਸ ਕੀਤੇ ਜਾਣ ਤੋਂ ਰਹਿਤ ਹੈ। ਅਭੇਦ ਜਿਹਦਾ ਭੇਦ ਨਹੀਂ ਪਾਇਆ ਜਾਂਦਾ, ਜਿੱਥੇ ਉਹ ਆਪ ਹੀ ਸਮਾਇਆ ਹੋਇਆ ਸੀ। ਊਹਾਂ ਕਿਸੇ ਵਿਆਪਤ ਮਾਇਆ, ਉੱਥੇ ਦੱਸੋ ਕਿਸ ਨੂੰ ਮਾਇਆ ਵਿਆਪਦੀ ਸੀ, ਕਿਸ ਦੇ ਉੱਪਰ ਮਾਇਆ ਆਪਣਾ ਪ੍ਰਭਾਵ ਪਾ ਸਕਦੀ ਸੀ। ਮਾਇਆ ਤਾਂ ਰਚੀ ਵੀ ਨਹੀਂ ਸੀ ਉਦੋਂ, ਤੇ ਰਚੀ ਵੀ ਤੇ ਉਹ ਉਹਦੇ ਹੁਕਮ ਦੇ ਅੰਦਰ ਹੀ ਕਿਸੇ ਦੇ ਪ੍ਰਭਾਵ ਪਾ ਸਕਦੀ। ਵਾਹਿਗੁਰੂ ਦੇ ਉੱਪਰ ਤੇ ਮਾਇਆ ਨਹੀਂ ਨਾ ਪ੍ਰਭਾਵ ਪਾ ਸਕਦੀ। ਜਦੋਂ ਹੈ ਹੀ ਖੁਦ ਆਪ ਹੀ ਆਪ ਸੀ, ਉਦੋਂ ਮਾਇਆ ਨੇ ਕਿਸ ਤੇ ਜ਼ੋਰ ਪਾਉਣਾ ਸੀ। ਆਪਸ ਕੋ ਆਪਹਿ ਆਦੇਸ਼, ਆਪਣੇ ਆਪ ਦੇ ਤਾਈਂ ਆਪ ਹੀ ਨਮਸਕਾਰ ਕਰਨ ਵਾਲਾ ਪਰਮੇਸ਼ਰ। ਤਿਹੁ ਗੁਣ ਕਾ ਨਾ ਹੀ ਪ੍ਰਵੇਸ਼, ਉਹਦੇ ਸਰੂਪ ਵਿੱਚ ਮਾਇਆ ਦੇ ਤਿੰਨਾਂ ਗੁਣਾਂ ਦਾ, ਤਿੰਨਾਂ ਸੁਭਾਵਾਂ ਦਾ, ਰਜੋ ਤਮੋ ਸਤੋ ਗੁਣ ਦਾ ਕੋਈ ਪ੍ਰਵੇਸ਼ ਨਹੀਂ ਹੈ। ਜਹ ਇੱਕ ਹੈ ਏਕ ਏਕ ਭਗਵੰਤ, ਪ੍ਰਵੇਸ਼ ਦਾ ਅਰਥ ਇੱਥੇ ਪ੍ਰਭਾਵ ਹੀ ਹੈ ਵੀ ਮਾਇਆ ਦੇ ਤਿੰਨਾਂ ਗੁਣਾਂ ਦਾ ਕੀ ਪ੍ਰਭਾਵ ਪੈਣਾ ਵਾਹਿਗੁਰੂ ਤੇ। ਜਹ ਇੱਕ ਹੈ ਏਕ ਏਕ ਭਗਵੰਤਾ, ਜਿੱਥੇ ਇੱਕੋ ਇੱਕ ਪਰਮਾਤਮਾ ਖੁਦ ਇੱਕ ਹੀ ਭਗਵੰਤ ਸੀ, ਪਹਿਲਾਂ ਵੀ ਹੁਣ ਵੀ ਅੱਗੇ ਵੀ। ਤਹ ਕੌਣ ਚਿੰਤ ਕਿਸ ਲਾਗੈ ਚਿੰਤਾ, ਤਾਂ ਫਿਰ ਕੌਣ ਅਚਿੰਤ ਹੋਣਾ ਸੀ ਕਿਸ ਨੇ, ਤੇ ਕਿਸ ਨੂੰ ਚਿੰਤਾ ਲੱਗਣੀ ਸੀ ਜਦੋਂ ਦੂਜਾ ਰਚਿਆ ਹੀ ਕੋਈ ਨਹੀਂ ਸੀ। ਜਹ ਆਪਣੇ ਆਪ ਆਪ ਪਤੀਆਰਾ, ਜਦੋਂ ਆਪਣੇ ਆਪ ਤੋਂ ਆਪ ਰੂਪ ਰਹਿਣ ਵਾਲਾ ਪਰਮੇਸ਼ਰ ਆਪਣੇ ਆਪ ਨੂੰ ਆਪ ਹੀ ਪਤੀਆਰਾ ਪਤੀਆਉਂਦਾ ਸੀ, ਪਤੀਜਦਾ ਸੀ ਆਪਣੇ ਆਪ ਤੇ। ਤਹ ਕੌਣ ਕਥਾ ਕੌਣ ਸੁਣਨਾ ਹਾਰਾ, ਉਦੋਂ ਕੌਣ ਕਥਨ ਕਰਨ ਵਾਲਾ ਸੀ, ਕੌਣ ਸੁਣਨ ਵਾਲਾ ਸਰੋਤਾ ਸੀ। ਬਹੁ ਬੇਅੰਤ ਊਚ ਤੇ ਉੱਚਾ, ਬੜਾ ਬੇਅੰਤ ਹੈ, ਉੱਚਿਆਂ ਤੋਂ ਉੱਚਾ ਭਾਵ ਸਭ ਤੋਂ ਉੱਚਾ। ਨਾਨਕ ਆਪਸ ਕਉ ਆਪਹਿ ਪਹੁੰਚਾ, ਹਜ਼ੂਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਆਪਣੇ ਸਰੂਪ ਤੱਕ ਆਪ ਹੀ ਪਹੁੰਚਿਆ ਹੋਇਆ ਸੀ, ਹੋਰ ਕੋਈ ਨਹੀਂ ਸੀ। ਜਹ ਆਪ ਰਚਿਓ ਪ੍ਰਪੰਚਕਾਰ, ਹੁਣ ਜਦੋਂ ਵਾਹਿਗੁਰੂ ਪਰਮਾਤਮਾ ਨੇ ਇਹ ਜਿਹੜਾ ਪ੍ਰਪੰਚ ਹੈ, ਛਲ ਰੂਪ ਸੰਸਾਰ ਹੈ, ਇਹਦਾ ਆਕਾਰ ਰਚ ਦਿੱਤਾ। ਤਿਹੁ ਗੁਣ ਮੈਂ ਕੀਨੋ ਵਿਸਥਾਰ, ਮਾਇਆ ਰਚ ਕੇ ਮਾਇਆ ਦੇ ਤਿੰਨ ਸੁਭਾਅ ਬਣਾਉਣ ਤੇ ਤਿੰਨਾਂ ਗੁਣਾਂ ਵਿੱਚ ਹੀ ਸਾਰਾ ਵਿਸਥਾਰ ਫੈਲਾਓ ਕੀਤਾ। ਕਿਸੇ ਦੇ ਅੰਦਰ ਤਮੋ ਗੁਣ ਦੀ ਪ੍ਰਧਾਨਤਾ ਹੈ, ਕਿਸੇ ਅੰਦਰ ਰਜੋ ਗੁਣ ਦੀ, ਕਿਸੇ ਅੰਦਰ ਸਤੋ ਗੁਣ ਦੀ, ਤੇ ਇਸ ਤਰ੍ਹਾਂ ਜਿਹੜਾ ਤਿੰਨਾਂ ਗੁਣਾਂ 'ਚ ਵਿਸਥਾਰ ਕੀਤਾ ਮਾਇਆ ਦਾ। ਪਾਪ ਪੁੰਨ ਤਾਂ ਭਈ ਕਹਾਵਤ, ਜਦੋਂ ਸੁਭਾਅ ਹੀ ਵੱਖਰੇ ਵੱਖਰੇ ਜੀਆਂ ਦੇ, ਤੇ ਕੋਈ ਪਾਪ ਵਾਲੀ ਬਿਰਤੀ ਧਾਰਨ ਕੀਤੀ ਹੋਈ ਹੈ ਕਿਸੇ ਨੇ, ਕੋਈ ਪੁੰਨ ਵਾਲੀ, ਪਵਿੱਤਰ ਕਰਮਾਂ ਦਾ ਨਾਮ ਪੁੰਨ ਹੈ, ਤਾਂ ਫਿਰ ਤਾਂ ਭਾਈ ਪਾਪ ਤੇ ਪੁੰਨ ਦੀ ਕਹਾਵਤ ਜਿਹੜੀ ਕਹਿਵਤ ਹੈ, ਗੱਲਬਾਤ ਹੈ, ਸ਼ੁਰੂ ਹੋਣੀ ਹੋਈ। ਕਉ ਨਰਕ ਕਉ ਸੁਰਗ ਬੰਸ਼ਾਵਤ, ਕੋਈ ਤਾਂ ਆਪਣੇ ਮੰਦ ਕਰਮਾਂ ਪਾਪਾਂ ਕਰਕੇ ਨਰਕਾਂ ਦਾ ਵਾਸੀ ਬਣਦਾ ਹੈ, ਤੇ ਕੋਈ ਸਤੋਗੁਣੀ ਹੋ ਕੇ ਸੁਰਗ ਦੀ ਬਾਸ਼ਨਾ ਰੱਖਦਾ। ਬੰਸ਼ਾਵਤ ਚਾਹੁੰਦਾ ਵੀ ਮੈਂ ਸੁਰਗ 'ਚ ਪਹੁੰਚਾਂ, ਉਹ ਸਤੋਗੁਣੀ ਹੋ ਕੇ ਪੁੰਨ ਕਰਮ ਆਦਿ ਕਰਦਾ। ਆਲ ਜਾਲ ਮਾਇਆ ਜੰਜਾਲ, ਆਲ ਜਿਹੜੇ ਘਰ ਦੇ ਧੰਦੇ ਹਨ ਉਹਨਾਂ 'ਚ ਕੋਈ ਫਸਿਆ ਹੋਇਆ, ਤੇ ਮਾਇਆ ਦਾ ਜੰਜਾਲ ਜਿਹੜਾ ਹੈ, ਮਾਇਆ ਦਾ ਜਿਹੜਾ ਬੰਧਨ ਹੈ, ਇਹ ਪੈ ਗਿਆ ਜੀਆਂ ਨੂੰ। ਹਉਮੈ ਮੋਹ ਭਰਮ ਪੈ ਭਾਰ, ਹੰਗਤਾ ਵੀ ਪੈਦਾ ਹੋਈ ਹੈ ਜੀਆਂ ਅੰਦਰ, ਮੋਹ ਵੀ ਪੈਦਾ ਹੋਇਆ ਹੈ ਪਦਾਰਥਾਂ ਦਾ ਤੇ ਸਰੀਰਾਂ ਦਾ, ਭਰਮ ਵੀ ਪੈਦਾ ਹੋ ਗਿਆ। ਜਗਤ ਅਸਤ ਜੜ ਦੁੱਖ ਰੂਪ ਨੂੰ ਸੱਚਾ ਸਮਝ ਲਿਆ ਹੈ,
ਭਟਕਣਾ 'ਚ ਪੈ ਗਿਆ ਜੀਵ, ਹੋਰ ਦਾ ਹੋਰ ਮਨ ਬੈਠਾ ਹੈ, ਤੇ ਭੈ ਡਰ ਵੀ ਇਸ ਕਰਕੇ ਵਿਆਪਦਾ ਗਿਆਨਤਾ ਕਰਕੇ, ਤੇ ਭਾਰ ਵੀ ਪਾਪਾਂ ਦਾ ਜੀਆਂ ਦੇ ਸਿਰ ਤੇ ਚੜ੍ਹ ਰਿਹਾ ਹੈ। ਦੁੱਖ ਸੁਖ ਮਾਨ ਅਪਮਾਨ, ਔਰ ਦੁੱਖ ਵੀ ਮਨੁੱਖ ਨੂੰ ਵਿਆਪਦਾ ਤੇ ਦੁੱਖਾਂ 'ਚ ਘਬਰਾਉਂਦਾ ਹੈ, ਪ੍ਰਭਾਵ ਪੈਂਦਾ। ਸੁਖ ਮਿਲਦਾ ਤੇ ਉਦੋਂ ਵੀ ਇਹ ਉਛਾਲੇ 'ਚ ਆ ਜਾਂਦਾ ਹੈ, ਤੇ ਮਾਣ ਇੱਜ਼ਤ ਤੇ ਅਪਮਾਨ ਨਰਾਦਰ, ਇਹ ਸਾਰਾ ਕੁਝ ਵਿਆਪ ਰਿਹਾ, ਜੀਆਂ ਨੂੰ ਅਸਰ ਕਰ ਰਿਹਾ ਹੈ। ਅਨੇਕ ਪ੍ਰਕਾਰ ਕੀਓ ਬਖਿਆਨ, ਅਨੇਕਾਂ ਪ੍ਰਕਾਰ ਨਾਲ, ਅਨੇਕਾਂ ਤਰੀਕਿਆਂ ਨਾਲ ਬਖਿਆਨ ਕਥਨ ਕੀਤਾ ਗਿਆ। ਇਹ ਸਾਰਾ ਕੁਛ ਹੀ ਇਹਦੀ ਵਿਆਖਿਆ ਫਿਰ ਹੀ ਹੋਈ ਜਦੋਂ ਰਚਨਾ ਰਚਦੀ ਪ੍ਰਮਾਤਮਾ ਨੇ। ਇਹਦਾ ਵਿਖਿਆਨ ਤਾਂ ਹੀ ਹੋਣ ਲੱਗਾ ਅਨੇਕਾਂ ਤਰ੍ਹਾਂ ਨਾਲ ਗ੍ਰੰਥਾਂ ਵਿੱਚ। ਆਪਨ ਖੇਲ ਆਪ ਕਰ ਦੇਖੈ, ਪਰ ਆਪਣਾ ਖੇਲ ਹੈ ਵਾਹਿਗੁਰੂ ਜੀ ਦਾ। ਇਹ ਜਿਹੜਾ ਜਗਤ ਰਚਨਾ ਤਮਾਸ਼ਾ ਪ੍ਰਮਾਤਮਾ ਦਾ ਆਪਣਾ ਖੇਲ ਹੈ, ਖੇਡਿਆ ਹੋਇਆ, ਤੇ ਆਪ ਕਰ ਦੇਖੈ। ਫਿਰ ਇਸ ਖੇਡ ਵਿੱਚ ਬੈਠਾ ਪਰਮੇਸ਼ਰ ਆਪ ਹੀ ਕਰ ਕਰਕੇ ਵੇਖਦਾ ਪਿਆ, ਰਚਨਾ ਕਰ ਕਰਕੇ, ਪ੍ਰਤਪਾਲਾ ਕਰ ਕਰਕੇ ਸਾਰੀ ਸ੍ਰਿਸ਼ਟੀ ਨੂੰ ਆਪ ਵੇਖਦਾ ਪਿਆ। ਖੇਲ ਸੰਕੋਚਿਆ ਤਉ ਨਾਨਕ ਇੱਕ, ਹੁਣ ਅਨੇਕਤਾ ਦਿਖਾਈ ਦੇ ਰਹੀ ਹੈ ਖੇਲ ਦੇ ਵਿੱਚ। ਜਿਵੇਂ ਬਾਜੀਗਰ ਜਿਹੜਾ ਉਹ ਕਨਾਤ ਤਾਣ ਕੇ ਤੇ ਅੰਦਰੋਂ ਅਨੇਕਾਂ ਤਰ੍ਹਾਂ ਦੇ ਭੇਖ ਬਣਾ ਕੇ ਬਾਹਰ ਪ੍ਰਗਟ ਕਰਦਾ, ਤੇ ਫਿਰ ਜਿਸ ਵੇਲੇ ਉਹ ਆਪਣੇ ਉਸ ਖੇਲ ਨੂੰ ਸੰਕੋਚਦਾ ਹੈ, ਕਨਾਤ ਪਰੇ ਕਰ ਦਿੰਦਾ, ਤੇ ਉਦੋਂ ਇਕੱਲਾ ਹੀ ਬਾਜੀਗਰ ਰਹਿ ਜਾਂਦਾ। ਇਸੇ ਤਰ੍ਹਾਂ ਹਜ਼ੂਰ ਨੇ ਬੇਅੰਤ ਪ੍ਰਮਾਣ ਦਿੱਤੇ ਨੇ ਬਾਣੀ 'ਚ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਭੇਖ ਰੂਪ ਦਿਖਲਾਈ, ਨਾਨਾ ਰੂਪ ਭੇਖ ਦਿਖਲਾਈ। ਸੌਂਗ ਤਾਰ ਥੰਮਿਓ ਪਾਸਾਰਾ, ਤਵੇ ਕੈ ਕੰਕਾਰਾ, ਕਵਨ ਰੂਪ ਦ੍ਰਿਸ਼ਟਿਓ ਬਨਸਾਇਓ, ਕਤਹਿ ਗਇਓ ਕਤ ਤੇ ਆਇਓ। ਜਲ ਤੇ ਉਠਹਿ ਅਨਕ ਤਰੰਗਾ, ਕਨਕ ਭੂਖਨ ਕੀਨੇ ਬਹੁ ਰੰਗਾ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅੰਕਾਰਾ। ਸਹਿਸ ਘਟਾ ਮੈਂ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਗਾਸ। ਅਨੇਕਾਂ ਦ੍ਰਿਸ਼ਟਾਂਤ ਦੇ ਕੇ ਹਜ਼ੂਰ ਨੇ ਸਮਝਾਇਆ। ਜਿਵੇਂ ਹਜ਼ਾਰਾਂ ਘੜੇ ਪਏ ਹੋਏ ਹੋਣ ਤਾਂ ਉਹਨਾਂ 'ਚ ਜਿਹੜਾ ਖਾਲੀ ਥਾਂ ਆਕਾਸ਼ ਇੱਕੋ ਹੀ ਹੁੰਦਾ, ਭਿੰਨ ਭਿੰਨ ਵੱਖਰਾ ਦਿਖਾਈ ਦਿੰਦਾ ਵੀ ਇਸ ਘੜੇ ਦਾ ਇਹ ਇੰਨਾ ਕੁ ਆਕਾਸ਼ ਆ, ਦੂਜੇ ਦਾ ਇੰਨਾ, ਪਰ ਜਦੋਂ ਘੜੇ ਭੱਜ ਜਾਣ ਫਿਰ ਉਹ ਖਾਲੀ ਥਾਂ ਇਕੱਠਾ ਹੀ ਆ ਸਾਰਾ। ਸੋ ਇਸੇ ਪ੍ਰਕਾਰ ਗਹਿਣੇ ਜਿਹੜੇ ਸੋਨੇ ਤੋਂ ਬਣੇ ਹੁੰਦੇ ਆ, ਉਹਨਾਂ ਦੇ ਨਾਮ ਪਏ ਹੁੰਦੇ ਆ ਵੱਖਰੇ ਵੱਖਰੇ। ਇਹ ਵੰਗਾਂ ਹਨ, ਇਹ ਗਲੇ ਦਾ ਹਾਰ ਹੈ, ਇਹ ਕੈਂਠਾ ਹੈ, ਇਹ ਟਿੱਕਾ ਹੈ, ਫਲਾਨੀ ਚੀਜ਼ ਵਾਲੀਆਂ ਹਨ। ਜਿਵੇਂ ਭਾਈ ਗੁਰਦਾਸ ਨੇ ਕਿਹਾ ਹੈ, ਸੁਨਿਆਰਾ ਸੋਇਨਾ ਘੜੇ ਗਹਿਣੇ ਸਵਾਰੇ, ਪਿੱਪਲ ਵੱਤਰੇ ਵਾਲੀਆਂ ਤਨੌੜੇ ਤਾਰੇ, ਦੁਰ ਬਹੁਟਾ ਗੋਲ ਛਾਪ ਗਜਰੇ ਪਾਸਾਰੇ। ਅਖੀਰ ਵਿੱਚ ਫਿਰ ਭਾਈ ਸਾਹਿਬ ਕਹਿੰਦੇ, ਆਪੇ ਆਪ ਵਰਤਦਾ ਗੁਰਮੁਖ ਵਿਚਾਰੇ। ਸੋ ਇਸ ਤਰ੍ਹਾਂ ਪ੍ਰਮਾਤਮਾ ਵੀ ਆਪ ਹੀ ਵਰਤ ਰਿਹਾ। ਸੋਨਾ ਅਦਿਸ਼ਟਾਨ ਰੂਪ ਹੁੰਦਾ ਤੇ ਗਹਿਣੇ ਉਸ ਤੋਂ ਬਣੇ ਹੋਏ ਆਕਾਰ ਦਿਖਾਈ ਦਿੰਦੇ ਆ। ਉਹਨਾਂ ਸਾਰਿਆਂ ਗਹਿਣਿਆਂ ਦਾ ਇੱਕੋ ਹੀ ਆਸਰਾ ਰੂਪ ਹੈ ਸੋਨਾ। ਜੇ ਉਹਨਾਂ ਗਹਿਣੇ ਨੂੰ ਫਿਰ ਭੰਨ ਦਿੱਤਾ ਜਾਏ, ਡਲੀ ਬਣਾਤੀ ਜਾਏ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਨੇ ਕੱਪੜੇ ਦਾ ਦ੍ਰਿਸ਼ਟਾਂਤ ਵੀ ਦਿੱਤਾ ਹੈ। ਹੋਵੇ ਸੂਤ ਕਪਾਹ ਦਾ, ਕਰ ਤਾਣਾ ਵਾਣਾ। ਇੱਕੋ ਹੀ ਕਪਾਹ ਤੋਂ ਸੂਤ ਕੱਤਿਆ ਜਾਂਦਾ, ਤਾਣਾ ਤੇ ਪੇਟਾ ਬਣਦਾ। ਹੋਵੇ ਸੂਤ ਕਪਾਹ ਦਾ, ਕਰ ਤਾਣਾ ਵਾਣਾ। ਸੂਤੋਂ ਕੱਪੜ ਜਾਣੀਏ, ਸੂਤ ਤੋਂ ਕੱਪੜਾ ਰੂਪ ਧਾਰ ਲੈਂਦਾ। ਕੱਤਣ ਤੋਂ ਬਾਅਦ, ਉਣਨ ਤੋਂ ਬਾਅਦ, ਤਾਣੇ ਪੇਟ ਤੋਂ ਬਾਅਦ ਕੱਪੜੇ ਦਾ ਰੂਪ ਬਣ ਜਾਂਦਾ। ਸੂਤੋਂ ਕੱਪੜ ਜਾਣੀਏ, ਆਖਾਣ ਵਖਾਣਾ। ਸੋ ਇਸ ਪ੍ਰਕਾਰ ਵੱਖਰੇ ਵੱਖਰੇ ਨਾਮ ਵਖਾਣਾ ਮੈਨੇ ਕਥਨ ਕੀਤੇ ਜਾਂਦੇ। ਅਖਾਣਾ ਦਾ ਅਰਥ ਨਾਮ। ਸੂਤੋਂ ਕੱਪੜ ਜਾਣੀਏ, ਆਖਾਣ ਵਖਾਣਾ। ਪੱਗ ਦੁਪੱਟਾ ਚੋਲੜਾ, ਉਸੇ ਕੱਪੜੇ ਦੀ ਪੱਗ ਹੋਰ ਤਰ੍ਹਾਂ ਦੀ, ਮਾਈਆਂ ਦੇ ਸਿਰ 'ਤੇ ਲੈਣ ਵਾਲਾ ਦੁਪੱਟਾ ਤੇ ਚੋਲਾ, ਇਹ ਸਾਰੇ ਵੱਖਰੇ ਵੱਖਰੇ ਜਿਹੜੇ ਪ੍ਰਵਾਨੀ ਕੱਪੜੇ ਹੁੰਦੇ ਆ ਲੋਕਾਂ ਵਾਸਤੇ। ਸੋ ਇਸ ਤਰ੍ਹਾਂ ਉਹਨਾਂ ਦੇ ਫਿਰ ਨਾਮ ਵੀ ਵੱਖਰੇ ਵੱਖਰੇ ਰੱਖੇ ਹੋਏ ਨੇ ਕੱਪੜਿਆਂ ਦੇ। ਤੇ ਫਿਰ ਭਾਈ ਸਾਹਿਬ ਕਹਿੰਦੇ ਨੇ, ਆਪੇ ਆਪ ਵਰਤਦਾ ਗੁਰਮੁਖ ਰੰਗ ਮਾਣਾ। ਇੰਜ ਦਾ ਗਿਆਨ ਪ੍ਰਾਪਤ ਕਰਕੇ ਗੁਰਮੁਖ ਪਿਆਰਾ ਰੰਗ ਮਾਣਦਾ ਪਰਮੇਸ਼ਰ ਦੇ ਨਾਮ ਦਾ, ਪ੍ਰੇਮ ਦਾ, ਕਿ ਇੱਕੋ ਵਾਹਿਗੁਰੂ ਦਾ ਹੀ ਪਸਾਰਾ ਸਾਰੇ। ਇੱਥੇ ਵੀ ਹਜ਼ੂਰ ਕਹਿੰਦੇ ਨੇ, ਜਦੋਂ ਪਸਾਰਾ ਹੋ ਗਿਆ ਤੇ ਅਨੇਕਾਂ ਪ੍ਰਕਾਰ ਨਾਲ ਬਖਿਆਨ ਕਥਨ ਹੋਇਆ। ਆਪਨ ਖੇਲ ਆਪ ਕਰ ਦੇਖਿਆ, ਆਪਣਾ ਖੇਲ ਰਚ ਕੇ ਪ੍ਰਮਾਤਮਾ ਆਪ ਹੀ ਵੇਖਦਾ ਪਿਆ। ਖੇਲ ਸੰਕੋਚਿਆ ਤਾਂ ਨਾਨਕ ਇੱਕ ਹੈ। ਜਦੋਂ ਸਮੇਟ ਲੈਂਦਾ, ਸੰਕੋਚ ਲੈਂਦਾ ਨਾ ਇਸ ਸੰਸਾਰ ਰੂਪੀ ਖੇਲ ਨੂੰ, ਤਦੋਂ ਪਰਮੇਸ਼ਰ ਇੱਕੋ ਇੱਕ ਹੀ ਰਹਿ ਜਾਂਦਾ। ਅਨੇਕ ਹੈ ਫਿਰ ਏਕ ਹੈ। ਹਜ਼ੂਰ ਦਸਮ ਪਾਤਸ਼ਾਹ ਕਹਿੰਦੇ ਨੇ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤਬ ਦੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਜਦੋਂ ਖਿੱਚ ਲੈਂਦੇ
ਸੋ ਇਸ ਪ੍ਰਕਾਰ ਤੁਮ ਮੈਂ ਮਿਲਤ ਦੇਹ ਧਰ ਸਭੂ, ਇਹ ਸਰੀਰ ਧਾਰੀ ਸਾਰੇ ਮਾਰੇ ਤੁਹਾਡੇ ਜਿਹੇ ਹੀਰ ਨੂੰ ਮਿਲ ਜਾਂਦੇ। ਜਹ ਅਵਗਤ ਭਗਤ ਤਹਿ ਆਪ, ਜਿੱਥੇ ਉਹ ਅਦ੍ਰਿਸ਼ਟ ਰੂਪ ਪਰਮਾਤਮਾ ਹੈ ਤੇ ਭਗਤ ਵੀ ਉੱਥੇ ਹੀ ਹੈ। ਜਿੱਥੇ ਭਗਤ ਹੈ ਪਰਮਾਤਮਾ ਦਾ, ਉੱਥੇ ਪਰਮਾਤਮਾ ਖੁਦ ਆਪ ਹੈ। ਜਹ ਪਸਰੈ ਪਾਸਾਰ ਸੰਤ ਪ੍ਰਤਾਪ, ਜਿੱਥੇ ਪਸਰਦਾ ਨਾ ਪਸਾਰਾ, ਉਹ ਸੰਤ ਜਨਾਂ ਦੇ ਪ੍ਰਤਾਪ ਵਾਸਤੇ ਪਸਾਰਾ ਪਸਰਦਾ। ਦੁਹੂ ਪਾਖ ਕਾ ਆਪਹਿ ਧਨੀ, ਦੋਹਾਂ ਪੱਖਾਂ ਦਾ ਆਪ ਹੀ ਧਨੀ ਮਾਲਕ ਪਤੀ ਪਰਮਾਤਮਾ ਹੈ। ਉਨਕੀ ਸੋਭਾ ਉਨਹੂ ਬਣੀ, ਉਸ ਦੀ ਸੋਭਾ ਉਸੇ ਨੂੰ ਬਣੀ ਹੈ, ਪਰਮੇਸ਼ਰ ਨੂੰ। ਆਪਹਿ ਕੌਤਕ ਕਰੈ ਅਨੰਦ ਚੋਗ, ਆਪਣੇ ਕੌਤਕਾਂ ਨੂੰ ਆਪ ਹੀ ਕਰਦਾ ਤੇ ਆਨੰਦ ਵਾਲੇ ਚੋਜ ਕਰਦਾ। ਚੋਜ ਤਮਾਸ਼ੇ ਉਸ ਪਰਮਾਤਮਾ ਦੇ ਆਪਣੇ ਹੀ ਹਨ। ਆਪਹਿ ਰਸ ਭੋਗਨ ਨਿਰਜੋਗ, ਆਪ ਹੀ ਸਾਰੇ ਰਸਾਂ ਨੂੰ ਪੈਦਾ ਕਰਨ ਵਾਲਾ। ਤੂੰ ਨਾ ਰਸਾਂ ਨੂੰ ਭੋਗੀ ਬਣ ਕੇ ਭੋਗਣ ਵਾਲਾ ਵੀ ਹੈ, ਕਿਉਂਕਿ ਜੋਤ ਉਸੇ ਦੀ ਹੈ, ਪਰ ਭੋਗਣ ਦੇ ਵਿੱਚ ਹੁੰਦਾ ਹੋਇਆ ਵੀ ਆਪ ਨਿਰਜੋਗ ਨਿਰਲੇਪ ਹੈ। ਜੋਗ ਜੁੜਿਆ ਹੋਇਆ ਨਹੀਂ, ਨਿਰਜੋਗ, ਉਹਨਾਂ ਭੋਗਾਂ 'ਚ ਆਪ ਜੁੜਿਆ ਹੋਇਆ ਨਹੀਂ, ਪਰ ਉਹਦੀ ਸੱਤਾ ਕਰਕੇ ਸਾਰੇ ਜੀਵ ਭੋਗਾਂ ਨੂੰ ਭੋਗਦੇ ਨੇ, ਆਪ ਨਿਰਲੇਪ ਹੀ ਰਹਿੰਦਾ ਹੈ। ਜਿਸ ਭਾਵੈ ਤਿਸ ਆਪਨ ਨਾਏ ਲਾਵੈ, ਜਿਸ ਨੂੰ ਉਹ ਚਾਹੁੰਦਾ ਹੈ ਉਸ ਨੂੰ ਆਪਣੇ ਨਾਮ ਨਾਲ ਲਾ ਲੈਂਦਾ, ਜੋੜ ਲੈਂਦਾ ਵਾਹਿਗੁਰੂ। ਜਿਸ ਭਾਵੈ ਤਿਸ ਖੇਲ ਖਿਲਾਵੈ, ਤੇ ਜਿਸ ਨੂੰ ਉਹ ਚਾਹੁੰਦਾ ਹੈ ਉਸ ਨੂੰ ਸੰਸਾਰ ਦੀ ਖੇਡ ਵਿੱਚ ਖਿਡਾਈ ਜਾਂਦਾ। ਸੰਸਾਰ ਦੀ ਖੇਡ ਵਿੱਚ ਹੀ ਜੋੜਿਆ ਹੋਇਆ, ਉਹ ਸੰਸਾਰ ਦੀ ਖੇਡ ਹੀ ਖੇਡਦਾ ਰਹਿ ਜਾਂਦਾ, ਪਰਮੇਸ਼ਰ ਨੂੰ ਭੁੱਲਿਆ ਹੋਇਆ। ਬੇਸ਼ੁਮਾਰ ਅਥਾ ਗਣਤ ਤੁਲੈ, ਬੇਸ਼ੁਮਾਰ ਅੰਦਾਜ਼ੇ ਤੋਂ ਗਿਣਤੀਆਂ ਮਿਣਤੀਆਂ ਤੋਂ ਪਰੇ ਹੈ ਪਰਮਾਤਮਾ। ਅਥਾ ਡੂੰਘਾ ਹੈ, ਹੱਥ ਨਹੀਂ ਪਾਇਆ ਜਾਂਦਾ, ਸੰਸਾਰ ਵਾਂਗ ਡੂੰਘਾ, ਸਮੁੰਦਰ ਵਾਂਗੂ ਡੂੰਘਾ। ਅਗਣਤ ਕੋਈ ਗਿਣਤੀ ਮਿਣਤੀ ਨਹੀਂ ਵਾਹਿਗੁਰੂ ਜੀ ਦੀ। ਅਤੁੱਲੈ, ਤੋਲਿਆ ਨਹੀਂ ਜਾ ਸਕਦਾ ਵਾਹਿਗੁਰੂ ਕਿਸੇ ਕਰਮ ਬਦਲੇ। ਕਿਸੇ ਚੀਜ਼ ਪਿੱਛੇ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਜਿਉ ਬੁਲਾਵ ਹੋ ਤਿਉ ਨਾਨਕ ਦਾਸ ਬੋਲੈ। ਅਖੀਰ ਤੇ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਬੁਲਾਉਂਦੇ ਹੋ ਇਹ ਤੁਹਾਡਾ ਦਾਸ ਉਸੇ ਤਰ੍ਹਾਂ ਹੀ ਬੋਲਦਾ। ਸੋ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਮੈਂ ਆਪ ਤਾਂ ਬੋਲਣਾ ਨਹੀਂ ਜਾਣਦਾ, ਸੋ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਹੀ ਮੈਂ ਬੋਲਿਆ। ਜੋ ਹੁਕਮ ਹੋਇਆ ਉਹ ਬੋਲਿਆ ਗਿਆ, ਜੋ ਨਹੀਂ ਹੁਕਮ ਹੋਇਆ ਉਹ ਬੋਲਿਆ ਨਹੀਂ ਗਿਆ। ਜਿਵੇਂ ਤੁਸੀਂ ਬੁਲਾਉਂਦੇ ਉਸੇ ਤਰ੍ਹਾਂ ਦਾਸ ਬਣ ਕੇ ਅਸੀਂ ਬੋਲਦੇ ਹਾਂ। ਸੱਚੇ ਪਾਤਸ਼ਾਹ ਜੀ ਤੁਹਾਡਾ ਕੋਈ ਅੰਤ ਪਾਰਾਵਾਰ ਨਹੀਂ, ਤੁਹਾਡੀ ਖੇਡ ਦਾ, ਤੁਹਾਡੇ ਤਮਾਸ਼ਿਆਂ ਦਾ, ਕੌਤਕਾਂ ਦਾ ਕੋਈ ਅੰਤ ਨਹੀਂ ਹੈ। ਇਉਂ ਸੱਚੇ ਪਾਤਸ਼ਾਹ ਜੀ ਨੇ ਨਿਰਗੁਣ ਸਰੂਪ, ਸੱਚੇ ਪਾਤਸ਼ਾਹ ਨੇ ਜਿਹੜਾ ਸਰੂਪ ਧਾਰਿਆ ਨਿਰਗੁਣ, ਜਿਹਦੇ 'ਚ ਕੋਈ ਸੰਸਾਰ ਦੀ ਰਚਨਾ ਨਹੀਂ ਸੀ, ਉਹ ਵੀ ਬਿਆਨ ਕਰ ਦਿੱਤਾ। ਅਤੇ ਜਦੋਂ ਰਚਨਾ ਰਚ ਦਿੱਤੀ, ਇਹ ਸੰਸਾਰ ਜਿਹੜਾ ਆਕਾਰ ਬਣਾਉਣ ਸਰਗੁਣ ਰੂਪ ਆਪਣਾ, ਉਹਦੀ ਵੀ ਵਿਚਾਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਅਤੇ ਇੰਝ ਇਹ 2 ਅਸ਼ਟਪਦੀਆਂ ਦੀ ਵਿਚਾਰ ਹੋਈ ਹੈ। ਗੁਰੂ ਮਹਾਰਾਜ ਦੇ ਪਾਵਨ ਅੰਗ 292 ਅੰਗ ਤੱਕ ਇਹ ਕਥਾ ਪਹੁੰਚ ਗਈ ਹੈ। 21 ਅਸ਼ਟਪਦੀਆਂ ਵਿਚਾਰੀਆਂ ਜਾ ਚੁੱਕੀਆਂ ਹਨ। ਇਸ ਤੋਂ ਅੱਗੇ 3 ਅਸ਼ਟਪਦੀਆਂ ਬਾਕੀ ਹਨ। ਆਉਣ ਵਾਲੇ ਸਮੇਂ 'ਚ ਹਜ਼ੂਰ ਦੇ ਮੁੱਖ ਵਾਕ ਬਚਨਾਂ ਦੀ ਵਿਚਾਰ ਹੋਵੇਗੀ। ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।